ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 126 ਤੇ ਹੇਠੋਂ ਚੌਥੀ ਪੰਕਤੀ ਹੈ। ਹੋਂ ਵਾਰੀ ਜੀਓ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਰਹਾਉ। ਹੋਂ ਵਾਰੀ, ਵਾਰੀ ਨਾ ਬਲਿਹਾਰ ਜਾਣਾ, ਕੁਰਬਾਨ ਜਾਣਾ। ਜੀਓ ਵਾਰੀ, ਜੀਓ ਬਣੇ ਜਿੰਦ। ਮੈਂ ਕਹਿੰਦਾ ਆਪਣੀ ਜਿੰਦ ਵਾਰਦਾ ਹਾਂ। ਕਿਸ ਤੋਂ? ਸੱਚ ਸੱਚਾ ਹਿਰਦੈ ਵਸਾਵਣੇ। ਜਿਹੜੇ ਪਰਮਾਤਮਾ ਨੂੰ ਹਿਰਦੇ 'ਚ ਵਸਾ ਲੈਂਦੇ ਨੇ, ਕਹਿੰਦੇ ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ, ਕੁਰਬਾਨ ਜਾਂਦਾ। ਸੋ ਜਿਹੜੇ ਨਾਮ ਜਪਦੇ ਰਹਿੰਦੇ ਨੇ, ਨਾਮ ਨੂੰ ਹਿਰਦੇ 'ਚ ਵਸਾ ਲੈਂਦੇ ਨੇ, ਗੁਰੂ ਮਹਾਰਾਜ ਉਹਨਾਂ ਦੇ ਕਿੰਨੇ ਖੁਸ਼ ਹੁੰਦੇ, ਅੰਦਾਜ਼ਾ ਲਾ ਲਓ ਤੁਸੀਂ ਆਪ ਹੀ। ਸੱਚਾ ਨਾਮ ਸਦਾ ਹੈ ਨਿਰਮਲ। ਪਰਮਾਤਮਾ ਦਾ ਨਾਮ ਸਦਾ ਹੀ ਨਿਰਮਲ ਹੈ, ਕਿਉਂਕਿ ਨਿਰਮਲ ਚੀਜ਼ ਹੀ ਦੂਸਰੇ ਨੂੰ ਨਿਰਮਲ ਕਰ ਸਕਦੀ ਹੈ। ਜਿਵੇਂ ਸਾਬਣ ਹੈ, ਇਹ ਆਪ ਮੈਲਾ ਨਹੀਂ ਹੁੰਦਾ, ਤਾਂ ਹੀ ਮੈਲੇ ਕੱਪੜੇ ਨੂੰ ਸਾਫ਼ ਕਰਦਾ। ਜੇ ਆਪ ਹੀ ਮੈਲਾ ਹੋ ਜਾਏ, ਫਿਰ ਦੂਜੇ ਨੂੰ ਸਾਫ਼ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਨਿਰਮਲ ਹੈ, ਇਸ ਲਈ ਜਿਹੜਾ ਬੰਦਾ ਨਾਮ ਜਪਦਾ ਰਹਿੰਦਾ, ਜਪਦਾ ਰਹਿੰਦਾ, ਜਪਦਾ ਰਹਿੰਦਾ, ਉਹਦਾ ਵੀ ਹਿਰਦਾ ਅੰਦਰੋਂ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣੇ। ਇਹ ਪਰਮਾਤਮਾ ਦਾ ਨਾਮ ਨਿਰਮਲ ਹੈ, ਪਰ ਗੁਰੂ ਦੇ ਸ਼ਬਦ ਰਾਹੀਂ ਇਹ ਮਨ 'ਚ ਵਸਦਾ ਹੈ। ਅਤੇ ਗੁਰੂ ਦਾ ਸ਼ਬਦ ਹੈ ਗੁਰਮੰਤਰ। ਵਾਹਿਗੁਰੂ 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 ਕਰਦੇ ਰਹਿਣ ਨਾਲ ਇਹ ਵਾਹਿਗੁਰੂ ਦਾ ਜਿਹੜਾ ਨਾਮ ਹੈ ਹਿਰਦੇ 'ਚ ਵਸ ਜਾਂਦਾ। ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵੇਂ ਗੁਰਮੁਖ ਹਰ ਜਾਤਾ। ਅੰਮ੍ਰਿਤ ਨਾਮ ਸਦਾ ਜਨ ਸੋ ਹੈ, ਗੁਰਮਤਿ ਹਰ ਰਸ ਪਾਵਣਿਆ। ਕਹਿੰਦੇ ਆਪੇ ਗੁਰਦਾਤਾ ਕਰਮ ਵਿਦਾਤਾ। ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਦਾਤਾ ਹੈ, ਦਾਤਾ ਦੇਣ ਵਾਲਾ ਹੈ। ਕਰਮ ਵਿਦਾਤਾ ਦਾ, ਸਾਡੇ ਕਰਮਾਂ ਦਾ ਫਲ ਦੇਣ ਵਾਲਾ। ਅਤੇ ਪਰਮਾਤਮਾ ਆਪ ਹੀ ਜੀਵ ਦੇ ਕਰਮਾਂ ਦਾ ਫਲ ਦਿੰਦਾ ਹੈ। ਜਿਹੋ ਜਿਹਾ ਮਨੁੱਖ ਕਰਮ ਕਰਦਾ ਹੈ, ਉਹੋ ਜਿਹਾ ਉਸਨੂੰ ਫਲ ਮਿਲਦਾ ਹੈ। ਚੰਗੇ ਕਰਮ ਕਰਦਾ ਹੈ, ਉਹਦਾ ਫਲ ਹੈ ਸੁੱਖ। ਮਾੜੇ ਕੰਮ ਕਰਦਾ ਹੈ, ਉਹਦਾ ਫਲ ਹੈ ਦੁੱਖ। ਪੁੰਨ ਦਾਨ ਕਰਦਾ ਹੈ, ਉਹਦਾ ਫਲ ਹੈ ਅਮੀਰੀ। ਲੁੱਟਾਂ ਖੋਹਾਂ ਕਰਦਾ ਹੈ, ਉਹਦਾ ਫਲ ਹੈ ਗਰੀਬੀ। ਕਿਹਦੀਆਂ ਲੱਤਾਂ ਬਾਹਾਂ ਤੋੜਦਾ, ਉਹਦਾ ਫਲ ਹੈ ਲੰਗੜੇ, ਲੂਲੇ, ਅੰਨੇ, ਕਾਣੇ ਪੈਦਾ ਹੋ ਜਾਣਾ। ਇਹ ਮਨੁੱਖ ਆਪਣੇ ਕਰਮ ਭੋਗਦਾ ਰਹਿੰਦਾ। ਪਰਮਾਤਮਾ ਨੇ ਸਾਨੂੰ ਬਣਾਇਆ, ਸਾਨੂੰ ਕਰਮ ਕਰਨ ਦੀ ਤੇ ਆਜ਼ਾਦੀ ਦਿੱਤੀ ਹੈ। ਅਸੀਂ ਕੋਈ ਵੀ ਕਰਮ ਕਰ ਸਕਦੇ, ਚੰਗਾ ਮੰਦਾ, ਪਰ ਕਰਮ ਦਾ ਜਿਹੜਾ ਫਲ ਭੋਗਣਾ, ਉਹ 'ਚ ਸਾਡੀ ਮਰਜ਼ੀ ਨਹੀਂ ਚੱਲਦੀ, ਉਹ 'ਚ ਸਾਨੂੰ ਆਜ਼ਾਦੀ ਨਹੀਂ ਹੈ। ਉਹ ਕਹਿੰਦੇ ਤੁਸੀਂ ਕਰਮ ਕੀਤਾ, ਹੁਣ ਇਹਨੂੰ ਭੋਗੋ। ਇਸ ਲਈ ਬਾਣੀ ਸੁਚੇਤ ਕਰਦੀ ਹੈ ਮਨੁੱਖ ਨੂੰ ਕਿ ਜੋ ਤੂੰ ਕਰੇ ਤੂੰ ਹੀ ਭੋਗਣਾ, ਇਹ ਹੋਰ ਕਿਸੇ ਨੇ ਨਹੀਂ ਭੋਗਣਾ। ਦੋ ਨੇ ਰਲ ਕੇ ਕੋਈ ਕਰਮ ਕੀਤਾ, ਦੋ ਰਲ ਕੇ ਭੋਗਣਗੇ। ਪੰਜ ਨੇ ਰਲ ਕੇ ਕੀਤਾ, ਪੰਜ ਰਲ ਕੇ ਭੋਗਣਗੇ। ਇਕੱਲੇ ਨੇ ਕੀਤਾ, ਇਕੱਲਾ ਭੋਗੇਗਾ। ਜੋ ਕਰਮ ਇੱਕ ਵਾਰੀ ਹੋ ਗਿਆ ਹੈ, ਉਹਦਾ ਫਲ ਤੇ ਭੋਗਣਾ ਹੀ ਭੋਗਣਾ ਪੈਣਾ। ਇਸ ਲਈ ਕਹਿੰਦੇ ਪਰਮਾਤਮਾ ਜਿਹੜਾ ਹੈ, ਇਹ ਗੁਰੂ ਵੀ ਹੈ, ਇਹ ਦਾਤਾ ਵੀ ਹੈ, ਇਹ ਕਰਮ ਵਿਧਾਤਾ ਵੀ ਹੈ, ਕਰਮਾਂ ਦਾ ਫਲ ਦੇਣ ਵਾਲਾ ਵੀ ਹੈ। ਸੇਵਕ ਸੇਵੇਂ ਗੁਰਮੁਖ ਹਰ ਜਤ। ਜਿਹੜੇ ਸੇਵਕ ਹਨ, ਪਰਮਾਤਮਾ ਦੇ ਭਗਤ ਹਨ। ਸੇਵੇਂ, ਉਹ ਪਰਮਾਤਮਾ ਦੀ ਭਗਤੀ ਕਰਦੇ ਨੇ।
ਗੁਰਮੁਖ ਅਤੇ ਗੁਰੂ ਰਾਹੀਂ ਹਰ ਜਤ ਹਰੀ ਨੂੰ ਜਾਣ ਲੈਂਦੇ ਹਨ। ਜਿਹੜੇ ਸੇਵਕ ਨੇ ਪਰਮਾਤਮਾ ਦੇ, ਉਹ ਤਾਂ ਸੇਵਾ ਕਰਦੇ ਨੇ, ਭਾਵ ਸਿਮਰਨ ਕਰਦੇ ਨੇ, ਅਤੇ ਗੁਰੂ ਦੇ ਰਾਹੀਂ ਹਰੀ ਨੂੰ ਜਾਣ ਲੈਂਦੇ ਹਨ। ਉਹ ਸਿੱਧਾ ਨਹੀਂ ਪਰਮਾਤਮਾ ਨੂੰ ਜਾਣ ਸਕਦੇ, ਉਹਨਾਂ ਨੂੰ ਪਹਿਲਾਂ ਗੁਰਮੁਖ ਹੋਣਾ ਪੈਣਾ ਹੈ। ਉਹ ਗੁਰੂ ਦੇ ਰਾਹੀਂ ਪਰਮਾਤਮਾ ਨੂੰ ਮਿਲ ਸਕਦੇ ਹਨ, ਸਿੱਧੇ ਨਹੀਂ ਮਿਲ ਸਕਦੇ। ਇਸ ਲਈ ਜਿਹਨੇ ਪਰਮਾਤਮਾ ਨੂੰ ਮਿਲਣਾ ਉਹਦੇ ਲਈ ਗੁਰੂ ਵਾਲਾ ਹੋਣਾ ਜ਼ਰੂਰੀ ਹੈ। ਹਾਂ, ਜੇ ਤੁਹਾਡੀ ਪਰਮਾਤਮਾ ਨੂੰ ਮਿਲਣ ਦੀ ਇੱਛਾ ਨਹੀਂ ਤਾਂ ਫਿਰ ਕੋਈ ਜ਼ਰੂਰੀ ਨਹੀਂ ਤੁਸੀਂ ਗੁਰੂ ਵਾਲੇ ਹੋਵੋ। ਫਿਰ ਆਪਣਾ ਬਾਣੀ ਪੜ੍ਹੀ ਜਾਓ ਅਤੇ ਬਾਣੀ ਅਨੁਸਾਰ ਜੀਵਨ ਜਿਈ ਜਾਓ, ਮੌਜ ਕਰੋ। ਕਿਉਂਕਿ ਬਾਣੀ ਤਾਂ ਕੋਈ ਵੀ ਪੜ੍ਹੇ, ਗੁਰੂ ਵਾਲਾ ਪੜ੍ਹੇ, ਨਿਗੋਰਾ ਪੜ੍ਹੇ, ਹਿੰਦੂ ਪੜ੍ਹੇ, ਸਿੱਖ ਪੜ੍ਹੇ, ਮੁਸਲਮਾਨ ਪੜ੍ਹੇ, ਈਸਾਈ ਪੜ੍ਹੇ, ਪੰਡਿਤ ਪੜ੍ਹੇ ਜਾਂ ਹਰੀਜਨ ਪੜ੍ਹੇ, ਬਾਣੀ ਨੂੰ ਕੋਈ ਵੀ ਪੜ੍ਹੇਗਾ, ਬਾਣੀ ਨੇ ਆਪਣਾ ਫਲ ਉਸ ਨੂੰ ਦੇਣਾ। ਪਰ ਜਦੋਂ ਇੱਛਾ ਹੋ ਜੇ ਕਿ ਮੈਂ ਪਰਮਾਤਮਾ ਨੂੰ ਮਿਲਣਾ, ਉਦੋਂ ਫਿਰ ਗੁਰੂ ਵਾਲੇ ਹੋ ਜਾਣਾ ਹੈ। ਜੇ ਨਹੀਂ ਇੱਛਾ ਵੀ ਆਪਣੇ ਕੰਮ ਕੁੰਮ ਹੀ ਕਰਵਾਉਣੇ ਗੁਰੂ ਤੋਂ, ਫਿਰ ਭਾਵੇਂ ਗੁਰੂ ਵਾਲੇ ਹੋ ਭਾਵੇਂ ਨਾ ਹੋ, ਫਿਰ ਆਪਣਾ ਬਾਣੀ ਪੜ੍ਹੀ ਜਾਓ, ਚਾਹੇ ਮੂਲ ਮੰਤਰ ਦਾ ਜਾਪ ਕਰੀ ਜਾਓ। ਇੱਕ ਬੰਦਾ ਅਨਪੜ੍ਹ ਹੈ, ਉਹਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਉਹ ਕਿਸੇ ਦਾ ਮੂਲ ਮੰਤਰ ਸਿੱਖ ਲੈ, ਉਹ ਮੂਲ ਮੰਤਰ ਜਾਪ ਕਰਦੇ ਰਹੋ। ਇਸ ਲਈ ਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਸਦਾ ਜਨ ਸੋਹੇ। ਜਿਹੜੇ ਜਨ ਹੁੰਦੇ ਆ ਪਰਮਾਤਮਾ ਦੇ ਭਗਤ ਹੁੰਦੇ ਨੇ, ਇਹ ਤਾਂ ਪਰਮਾਤਮਾ ਦੇ ਨਾਮ ਰਾਹੀਂ ਹੀ ਸੋਹਣੇ ਲੱਗਦੇ ਹਨ। ਭਗਤ ਉਹੀ ਸੋਹਣਾ ਲੱਗਦਾ ਜਿਹੜਾ ਭਗਤੀ ਕਰਦਾ, ਉਹੀ ਜਿਹੜਾ ਨਾਮ ਜਪਦਾ ਉਹੀ ਸੋਹਣਾ ਲੱਗਦਾ। ਗੁਰਮਤਿ ਹਰ ਰਸ ਪਾਵਨੇ, ਉਹ ਫਿਰ ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹਨੂੰ ਇਸੇ ਨਾਮ ਦੇ ਵਿੱਚੋਂ ਹਰ ਰਸ ਪ੍ਰਾਪਤ ਹੋ ਜਾਂਦਾ। ਉਹ ਨਾਮ ਜਪਦਾ ਰਹਿੰਦਾ, ਇਹਦੇ ਵਿੱਚ ਉਸ ਨੂੰ ਰਸ ਆਉਣ ਲੱਗਦਾ, ਸਵਾਦ ਆਉਣ ਲੱਗ ਜਾਂਦਾ। ਉਹਦਾ ਜੀਅ ਕਰਦਾ ਮੈਂ ਹੋਰ ਨਾਮ ਜਪਾਂ, ਹੋਰ ਨਾਮ ਜਪਾਂ। ਅਜੇ ਤਾਂ ਸਾਨੂੰ ਇਸ 'ਚ ਕੋਈ ਰਸ ਨਹੀਂ ਆਉਂਦਾ, ਇਸ ਲਈ ਨਾਮ ਜਪਦੇ ਹਾਂ। ਕਿਸੇ ਨੂੰ ਨੀਂਦ ਆਉਂਦੀ ਹੈ, ਕਿਸੇ ਨੂੰ ਵਾਸੀ ਆਉਂਦੀ ਹੈ, ਕਿਸੇ ਦਾ ਸਰੀਰ ਸੁਸਤ ਹੋ ਜਾਂਦਾ ਹੈ। ਜਦੋਂ ਨਾਮ ਜਪ ਕੇ ਸਰੀਰ ਐਕਟਿਵ ਹੋ ਜੇ, ਸਗੋਂ ਸਮਝੋ ਹਾਂ ਹੁਣ ਇਹ 'ਚ ਕੋਈ ਰਸ ਆ ਰਿਹਾ ਹੈ। ਸੋ ਫਿਰ ਗੁਰੂ ਦੀ ਮੱਤ 'ਤੇ ਜਦੋਂ ਚੱਲਦਾ ਬੰਦਾ, ਫਿਰ ਇਸ ਨੂੰ ਨਾਮ ਰਸ ਪ੍ਰਾਪਤ ਹੁੰਦਾ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉਮੈ ਭਰਮ ਚੁਕਾਇਆ। ਅਣ ਦਿਨ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ। ਇਸ ਗੁਫਾ ਮੈਂ, ਗੁਫਾ ਤੇ ਭਾਵ ਸਰੀਰ, ਇਸ ਸਰੀਰ ਵਿੱਚ ਇੱਕ ਥਾਨ ਸੁਹਾਇਆ। ਥਾਨ ਹੈ ਹਿਰਦਾ। ਕਹਿੰਦੇ ਸਰੀਰ ਵਿੱਚ ਇੱਕ ਹਿਰਦਾ ਹੈ ਜੋ ਬੜਾ ਸੋਹਣਾ ਹੈ। ਉਹ ਕਿਵੇਂ ਸੋਹਣਾ ਬਣਿਆ? ਪੂਰੇ ਗੁਰ ਹਉਮੈ ਭਰਮ ਚੁਕਾਇਆ। ਪੂਰੇ ਗੁਰੂ ਰਾਹੀਂ ਮਨੁੱਖ ਨੇ ਜਦੋਂ ਆਪਣੇ ਅੰਦਰ ਹਉਮੈ ਵੀ ਖਤਮ ਕਰ ਲਏ, ਭਰਮ ਵੀ ਖਤਮ ਕਰ ਲਿਆ, ਚੁਕਾਇਆ ਮੈਨੇ ਖਤਮ ਕਰ ਲੈਣਾ, ਫਿਰ ਉਹਦਾ ਹਿਰਦਾ ਸੋਹਣਾ ਹੋ ਜਾਂਦਾ, ਸ਼ੁੱਧ ਅਤੇ ਪਵਿੱਤਰ ਹੋ ਜਾਂਦਾ। ਕਿਉਂਕਿ ਜਿਹੜੀ ਹਉਮੈ ਹੈ ਸਭ ਤੋਂ ਵੱਡੀ ਮੈਲ ਇਹੀ ਲਾਉਂਦੀ ਹੈ। ਇਹ ਮਨੁੱਖ ਮੈਂ ਕਰਦਾ, ਇਹਨੂੰ ਮੈਲ ਲੱਗਦੀ ਹੈ। ਅਣ ਦਿਨ ਨਾਮ ਸਲਾਹਨ ਰੰਗ ਰਾਤੇ, ਰੰਗ ਰਾਤੇ ਪਿਆਰ 'ਚ ਰੰਗੇ ਹੋਏ। ਰੱਬੀ ਪਿਆਰ 'ਚ ਜਿਹੜੇ ਰੰਗੇ ਹੋਏ ਹਨ, ਅਣ ਦਿਨ ਦਾ ਦਿਨ ਰਾਤ, ਉਹ ਦਿਨ ਰਾਤ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਾਪ ਪਰਮਾਤਮਾ ਦਾ ਨਾਮ ਜਪਦੇ ਹਨ। ਇਹ ਜਿਹੜਾ ਨਾਮ ਹੈ ਉਹਨੂੰ ਮਿਲਦਾ ਕਿਵੇਂ? ਗੁਰ ਕਿਰਪਾ ਤੇ ਪਾਵਨੇ। ਗੁਰੂ ਕਿਰਪਾ ਕਰਦਾ ਹੈ, ਫਿਰ ਉਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਉਹ ਦਿਨ ਰਾਤ ਨਾਮ ਜਪਦੇ ਨੇ ਅਤੇ ਨਾਮ ਦੇ ਰੰਗ 'ਚ ਰੰਗੇ ਜਾਂਦੇ ਹਨ। ਅੱਗੇ ਕਹਿੰਦੇ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਕਹਿੰਦੇ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਰਾਹੀਂ,
ਗੁਰੂ ਦੀ ਬਾਣੀ ਰਾਹੀਂ ਇਹ ਗੁਫਾ ਵਿਚਾਰ, ਇਹ ਸਰੀਰ ਦੇ ਵਿੱਚ ਬਾਰੇ ਵਿਚਾਰ ਕਰਦਾ ਹੈ ਵੀ ਸਰੀਰ 'ਚ ਕੀ ਕੁਝ ਹੈ। ਇਹ ਬਾਣੀ ਰਾਹੀਂ ਸਾਨੂੰ ਪਤਾ ਲੱਗਦਾ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ। ਵੀ ਜੋ ਬ੍ਰਹਿਮੰਡ ਦੇ ਵਿੱਚ ਹੈ ਉਹ ਸਾਰਾ ਸਾਡੇ ਸਰੀਰ ਦੇ ਵਿੱਚ ਹੈ। ਗੁਰੂ ਦੇ ਸ਼ਬਦ ਰਾਹੀਂ ਉਹ ਇਸ ਸਰੀਰ ਦੀ ਵਿਚਾਰ ਕਰਦਾ ਹੈ। ਫਿਰ ਉਹਨੂੰ ਕੀ ਪਤਾ ਲੱਗਦਾ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ। ਮੁਰਾਰੇ ਮਨੇ ਪਰਮਾਤਮਾ ਦਾ, ਨਿਰੰਜਨ ਹੁੰਦਾ ਪਵਿੱਤਰ। ਉਹਨੂੰ ਪਤਾ ਲੱਗਦਾ ਕਿ ਅੰਦਰ ਪਰਮਾਤਮਾ ਦਾ ਪਵਿੱਤਰ ਨਾਮ ਵਸਦਾ ਹੈ। ਉਹਨੂੰ ਪਤਾ ਲੱਗਦਾ ਹੁਣ ਉਸ ਨਾਮ ਨੂੰ ਤੇ ਪ੍ਰਗਟ ਕਰਨਾ, ਨਾਮ ਨੂੰ ਪ੍ਰਗਟ ਕਰਨਾ ਹੈ। ਜਿਵੇਂ ਨਲਕੇ 'ਚ ਪਾਣੀ ਹੁੰਦਾ, ਕਈ ਵਾਰ ਪਾਣੀ ਉਤਰ ਜਾਂਦਾ, ਗੇੜੀ ਜੋ ਪਾਣੀ ਬਾਹਰ ਨਹੀਂ ਆਉਂਦਾ, ਫਿਰ ਸਿਆਣੇ ਕੀ ਉੱਤੋਂ ਪਾਣੀ ਪਾਉਂਦੇ ਨੇ। ਨਲਕੇ ਦੇ ਵਿੱਚ ਪਾਣੀ ਪਾਉਂਦੇ ਦੀ ਇੱਕ ਬਾਲਟੀ, ਉਹ ਪਾਣੀ ਉੱਪਰ ਆ ਜਾਂਦਾ, ਫਿਰ ਹੱਥੀਂ ਗੇੜਦੇ ਨੇ, ਫਿਰ ਪਾਣੀ ਚੱਲ ਪੈਂਦਾ। ਇਸ ਤਰ੍ਹਾਂ ਅੰਦਰ ਜਿਵੇਂ ਨਲਕੇ ਦੇ ਵਿੱਚ ਪਾਣੀ ਹੈ ਅਤੇ ਉੱਤੋਂ ਪਾਣੀ ਪਾਉਣਾ ਪੈਂਦਾ ਉਹਨੂੰ ਚਲਾਉਣ ਲਈ। ਇਸੇ ਤਰ੍ਹਾਂ ਸਾਡੇ ਅੰਦਰ ਨਾਮ ਹੈ, ਉਸ ਨੂੰ ਪ੍ਰਗਟ ਕਰਨ ਲਈ ਬਾਹਰੋਂ ਗੁਰਮੰਤਰ ਦਾ ਜਾਪ ਕਰਨਾ ਪੈਂਦਾ। ਉਹ ਗੁਰਮੰਤਰ ਜਾਪ ਕਰਦਾ ਰਹਿੰਦਾ ਅੰਦਰ ਜਿਹੜਾ ਨਾਮ ਹੈ ਉਹ ਪ੍ਰਗਟ ਹੋ ਜਾਂਦਾ ਹੈ। ਨਾਮ ਪ੍ਰਗਟ ਹੋ ਗਿਆ ਕਿ ਪਰਮਾਤਮਾ ਪ੍ਰਗਟ ਹੋ ਗਿਆ, ਇੱਕੋ ਗੱਲ ਹੈ। ਉਹਨੂੰ ਕਹਿੰਦੇ ਜਦੋਂ ਬਾਣੀ ਰਾਹੀਂ ਇਸ ਸਰੀਰ ਦੀ ਵਿਚਾਰ ਕਰਦਾ, ਫਿਰ ਉਹਨੂੰ ਪਤਾ ਲੱਗਦਾ ਕਿ ਅੰਦਰ ਪਰਮਾਤਮਾ ਦਾ ਪਵਿੱਤਰ ਨਾਮ ਵਸਦਾ ਹੈ। ਫਿਰ ਕੀ ਕਰਦਾ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਉਹ ਹਰੀ ਦੇ ਗੁਣ ਗਾਉਂਦਾ ਹੈ, ਨਾਮ ਦੇ ਰਾਹੀਂ ਸ਼ਬਦ, ਨਾਮ ਦੇ ਰਾਹੀਂ ਉਹਦਾ ਜੀਵਨ ਸੁਹਾਵਣਾ ਹੋ ਜਾਂਦਾ, ਸੋਹਣਾ ਹੋ ਜਾਂਦਾ ਹੈ। ਮਿਲ ਪ੍ਰੀਤਮ ਸੁਖ ਪਾਵਣ, ਅਤੇ ਪਰਮਾਤਮਾ ਨੂੰ ਮਿਲ ਕੇ ਉਸ ਨੂੰ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ। ਇੱਥੇ ਪ੍ਰੀਤਮ ਹੈ ਪਿਆਰਾ ਪਾ ਪਰਮਾਤਮਾ। ਉਹ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ, ਨਾਮ ਰਹੇ ਉਹਦਾ ਜੀਵਨ ਸੁਹਾਵਣਾ ਸੋਹਣਾ ਹੋ ਜਾਂਦਾ ਹੈ। ਫਿਰ ਉਹ ਪਰਮਾਤਮਾ ਨੂੰ ਮਿਲ ਕੇ ਸਦੀਵੀ ਸੁੱਖ ਦੀ ਪ੍ਰਾਪਤੀ ਕਰਦਾ ਹੈ। ਜਮ ਜਗਾਤੀ ਦੂਜੇ ਭਾਏ ਕਰ ਲਾਏ, ਨਾਮ ਇਹ ਨਹਾਵੋ ਨਹੀਂ ਪੜ੍ਹਨਾ, ਇਹਨੂੰ ਨਹਾਵੋ ਵੀ ਪੜ੍ਹਿਆ ਜਾਵੇ, ਇਸ਼ਨਾਨ ਕਰੋ। ਨਾਮ ਨੰਨੇ ਨੂੰ ਕੰਨਾ ਬਿੰਦੀ, ਹਾਹੇ ਦੀ ਟਿੱਪੀ। ਨਾਮ ਤੂੰ ਨਾਮ ਭੂਲੇ ਦੇ ਸਜ਼ਾਏ। ਸਜ਼ਾਏ ਫਾਰਸੀ ਦਾ ਸ਼ਬਦ ਹੈ, ਇਹਨੂੰ ਸਜਾਏ ਨਹੀਂ ਪੜ੍ਹਨਾ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਜਿਹੜਾ ਸਜਾਏ ਹੁੰਦਾ ਸਜਾਉਣਾ ਹੁੰਦਾ ਵੀ ਉਹ ਘਰ ਨੂੰ ਸਜਾ ਰਿਹਾ ਹੈ। 8ਵੀਂ 9ਵੀਂ ਜਦੋਂ ਸੀ ਤਾਂ ਹੁੰਦਾ ਸੀ ਵਾਕ ਬਣਾ ਕੇ ਅਰਥ ਸਪਸ਼ਟ ਕਰੋ। ਲਿਖਣ ਦਾ ਸੱਸਾ ਜੱਜੇ ਨੂੰ ਕਰਨਾ, ਫਿਰ ਇੱਕ ਲਿਖਿਆ ਸੱਸਾ ਜੱਜੇ ਦੇ ਪੈਰ 'ਚ ਬਿੰਦੀ ਕਰਨਾ। ਵੀ ਵਾਕ ਬਣਾਓ ਅਤੇ ਦੱਸਣ ਦਾ ਕੀ ਅਰਥ ਹੈ। ਪਹਿਲਾ ਸੱਸਾ ਜੱਜੇ ਨੂੰ ਕਰਨਾ ਸਜਾ, ਉਹ ਘਰ ਫੁੱਲਾਂ ਨਾਲ ਸਜਾ ਰਿਹਾ ਹੈ, ਵੀ ਸੋਹਣਾ ਬਣਾ ਰਿਹਾ। ਉਸ ਨੂੰ 2 ਸਾਲ ਦੀ ਸਜ਼ਾ ਹੋ ਗਈ ਹੈ, ਉਹ ਫਿਰ ਬਿੰਦੀ ਵਾਲਾ ਹੁੰਦਾ ਸੀ। ਤਾਂ ਫਿਰ ਪਤਾ ਲੱਗਦਾ ਵੀ ਬੱਚੇ ਨੂੰ ਇਹਦਾ ਮੀਨਿੰਗ ਆਉਂਦਾ ਹੈ, ਸਜ਼ਾ ਅਤੇ ਸਜ਼ਾ ਦਾ ਵੀ ਕੀ ਫਰਕ ਹੈ। ਇਸ ਲਈ ਇਹ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ, ਸਜ਼ਾਏ ਨਾਮ ਭੂਲੇ ਦੇ ਸਜ਼ਾਏ। ਕੜੀ ਮੋਹਤ ਕਾ ਲੇਖਾ ਲੇਵੈ, ਰਤੀਓਂ ਹਾਹੇ ਦੀ ਟਿੱਪੀ। ਮਾਸ਼ਾ, ਇਹਨੂੰ ਮਾਸਾ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ। ਪਹਿਲਾਂ ਹੁੰਦੇ ਸੀ ਰੱਤੀ ਹੁੰਦੀ ਸੀ, ਮਾਸ਼ਾ ਹੁੰਦਾ ਸੀ, ਤੋੜਾ ਹੁੰਦਾ ਸੀ, ਛਟਾਂਕ ਹੁੰਦੇ ਸੀ, ਪਾਈਆ ਹੁੰਦਾ ਸੀ, ਸ਼ੇਰ ਹੁੰਦਾ ਸੀ, ਇਸ ਤਰ੍ਹਾਂ ਹੁੰਦੇ ਸੀ। 8 ਰੱਤੀਆਂ ਦਾ ਇੱਕ ਮਾਸ਼ਾ ਹੁੰਦਾ ਸੀ, 12 ਮਾਸ਼ਿਆਂ ਦਾ ਇੱਕ ਤੋਲਾ ਹੁੰਦਾ ਸੀ, 5 ਤੋਲਿਆਂ ਦੀ ਇੱਕ ਛਟਾਂਕ ਹੁੰਦੀ ਸੀ।
ਸਮਾਂ ਪਾ ਕੇ ਇਹ ਗ੍ਰਾਮਾਂ 'ਚ ਆ ਗਈਆਂ ਚੀਜ਼ਾਂ। ਇਸ ਲਈ ਇਸਨੂੰ ਮਾਸਾ ਨਹੀਂ ਪੜ੍ਹਨਾ। ਇਹ ਫਾਰਸੀ ਦਾ ਸ਼ਬਦ ਹੈ ਮਾਸ਼ਾ। ਸੱਸੇ ਦੇ ਪੈਰ 'ਚ ਬਿੰਦੀ, ਪੈਰ 'ਚ ਹਾਹਾ, ਮਾਸ਼ਾ। ਕੜੀ ਮੋਹਤ ਕਾ ਲੇਖਾ ਲੇਵੈ, ਰਤਿयों ਮਾਸ਼ਾ ਤੋਲ ਕਢਾਵਣਿਆ। ਗੁਰੂ ਮਹਾਰਾਜ ਕਹਿੰਦੇ ਜਮ ਜਗਾਤੀ ਦੂਜੈ ਭਾਏ ਕਰ ਲਾਏ। ਫਾਰਸੀ ਦਾ ਸ਼ਬਦ ਹੈ ਜਗਾਤ, ਟੈਕਸ, ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਟੈਕਸ। ਜਗਾਤੀ ਟੈਕਸ ਲੈਣ ਵਾਲਾ। ਜਿਹੜਾ ਜਮ ਹੈ ਇਹ ਜਗਾਤੀ ਹੈ, ਇਹ ਟੈਕਸ ਲੈਂਦਾ ਹੈ। ਕਿਹਨਾਂ ਤੋਂ? ਦੂਜੇ ਭਾਏ, ਜਿਹੜੇ ਮਾਇਆ ਨੂੰ ਪਿਆਰ ਕਰਦੇ ਨੇ। ਜਿਹੜੇ ਰੱਬ ਨੂੰ ਪਿਆਰ ਨਹੀਂ ਕਰਦੇ, ਦੂਜੇ ਭਾਏ ਮਾਇਆ ਨੂੰ ਪਿਆਰ ਕਰਦੇ ਨੇ, ਕਰ ਲਾਏ, ਕਰ ਟੈਕਸ ਨੂੰ ਕਹਿੰਦੇ। ਉਸ 'ਤੇ ਇਹ ਜਿਹੜਾ ਜਮ ਹੈ, ਪਹਿਲਾਂ ਨਾ ਮਹਿਸੂਲ ਹੁੰਦਾ ਸੀ, ਚੁੰਗੀ ਕਰ। ਕੁਝ ਸਾਲ ਪਹਿਲਾਂ ਸਾਰੇ ਸ਼ਹਿਰਾਂ ਦੇ ਵਿੱਚ ਜਦੋਂ ਐਂਟਰ ਹੁੰਦੇ ਸੀ ਲੋਕ ਸ਼ਹਿਰ 'ਚ, ਚੁੰਗੀ ਹੁੰਦਾ ਸੀ ਬਣੀ ਹੋਈ। ਉੱਥੇ ਜਿਹੜਾ ਬਾਹਰੋਂ ਸਮਾਨ ਆਉਂਦਾ ਸੀ ਸ਼ਹਿਰ 'ਚ ਵਿਕਣ, ਜੇ ਤਾਂ ਅੱਗੇ ਜਾ ਰਿਹਾ ਤਾਂ ਲੰਘ ਜਾਓ ਜੀ। ਜੇ ਉਹਨੇ ਮੰਨ ਲਓ ਪਟਿਆਲੇ ਆਉਣਾ ਸਮਾਨ ਲੈ ਕੇ, ਤਾਂ ਉਸ 'ਤੇ ਫਿਰ ਚੁੰਗੀ ਲੱਗਦੀ ਹੁੰਦੀ ਸੀ। ਉਹਨੂੰ ਫਾਰਸੀ ਕਹਿੰਦੇ ਮਹਿਸੂਲ, ਉਹਨੂੰ ਇੰਗਲਿਸ਼ ਕਹਿੰਦੇ ਸੀ ਟੈਕਸ। ਸੋ ਇਸ ਲਈ ਜਿਹੜਾ ਜਮ ਹੈ ਉਹ ਹੈ ਜਗਾਤੀ, ਉਹ ਹੈ ਟੈਕਸ ਲੈਣ ਵਾਲਾ। ਉਹ ਜਿਹੜੇ ਮਾਇਆ ਨੂੰ ਪਿਆਰ ਕਰਦੇ ਨੇ, ਰੱਬ ਨੂੰ ਯਾਦ ਨਹੀਂ ਕਿ ਉਹਨਾਂ 'ਤੇ ਟੈਕਸ ਲਾਉਂਦਾ ਹੈ। ਕਰ ਟੈਕਸ ਨੂੰ ਕਹਿੰਦੇ, ਉਹਨਾਂ 'ਤੇ ਟੈਕਸ ਲੈਂਦਾ। ਟੈਕਸ ਇਸ ਲਈ ਸ਼ਬਦ ਬੋਲਿਆ ਜਾ ਰਿਹਾ ਕਿ ਆਮ ਲੋਕਾਂ ਨੂੰ ਪਤਾ ਹੈ। ਅੰਗਰੇਜ਼ੀ ਦੇ ਕੁਝ ਸ਼ਬਦ ਨੇ ਜਿਹੜੇ ਹਿੰਦੀ ਪੰਜਾਬੀ ਤੋਂ ਵੀ ਸੌਖੇ ਹੋ ਗਏ ਨੇ। ਕਰ ਬੋਲੋਗੇ ਤਾਂ ਕਈਆਂ ਨੂੰ ਨਹੀਂ ਮੀਨਿੰਗ ਆਉਂਦਾ ਵੀ ਕਰ ਕਿਹਨੂੰ ਕਹਿੰਦੇ ਨੇ। ਟੈਕਸ ਅਨਪੜ੍ਹਾਂ ਨੂੰ ਵੀ ਪਤਾ ਟੈਕਸ ਲੱਗਦਾ। ਗੱਡੀ ਲੇਟ ਹੈ, ਲੇਟ ਹਾਲਾਂਕਿ ਇੰਗਲਿਸ਼ ਦਾ ਸ਼ਬਦ ਹੈ, ਪਰ ਅਨਪੜ੍ਹ ਨੂੰ ਵੀ ਪਤਾ ਹੈ ਵੀ ਲੇਟ ਦਾ ਕੀ ਮਤਲਬ ਹੈ। ਸਾਈਕਲ, ਬੱਸ, ਕਾਰ, ਟਰੱਕ, ਇਹ ਸਾਰੇ ਅੰਗਰੇਜ਼ੀ ਦੇ ਸ਼ਬਦ ਨੇ, ਪਰ ਸਾਡੀਆਂ ਜ਼ਬਾਨਾਂ 'ਚ ਆਮ ਪ੍ਰਚਲਿਤ ਹੋ ਗਏ, ਸਾਨੂੰ ਪੰਜਾਬੀ ਦੇ ਹੀ ਲੱਗਦੇ ਨੇ। ਸਾਨੂੰ ਇਹ ਸ਼ਬਦ ਪੰਜਾਬੀ ਦੇ ਹੀ ਲੱਗਦੇ ਹਨ ਕਿਉਂਕਿ ਆਮ ਪ੍ਰਚਲਿਤ ਹੋ ਗਏ ਹਨ। ਸੋ ਜਦੋਂ ਮੁਸਲਮਾਨ ਦਾ ਰਾਜ ਸੀ, ਉਦੋਂ ਫਾਰਸੀ ਦੇ ਬਹੁਤ ਸਾਰੇ ਸ਼ਬਦ ਲੋਕ ਬੋਲਿਆ ਕਰਦੇ ਸਨ। ਕਿਉਂ? ਰਾਜ ਭਾਸ਼ਾ ਫਾਰਸੀ ਸੀ। ਜਿਵੇਂ ਹੁਣ ਰਾਜ ਭਾਸ਼ਾ ਤਾਂ ਪੰਜਾਬੀ ਹੈ, ਪਰ ਕੇਂਦਰੀ ਭਾਸ਼ਾ ਜਿਹੜੀ ਨੈਸ਼ਨਲ ਲੈਂਗੁਏਜ ਉਹ ਇੰਗਲਿਸ਼ ਹੈ। ਹਿੰਦੁਸਤਾਨ ਦੇ ਸਾਰੇ ਸਕੂਲਾਂ 'ਚ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ। ਉਹ ਬੱਚੇ ਘਰ ਆ ਕੇ ਬੋਲਦੇ ਨੇ ਅੰਗਰੇਜ਼ੀ ਦੇ ਸ਼ਬਦ। ਅਨਪੜ੍ਹਾਂ ਨੂੰ ਵੀ ਕੁਝ ਸ਼ਬਦ ਅੰਗਰੇਜ਼ੀ ਦੇ ਸਮਝ ਆ ਜਾਂਦੇ ਵੀ ਕੀ ਕਹਿ ਰਹੇ ਨੇ, ਕੀ ਕਹਿ ਰਹੇ ਨੇ। ਮਾਂ ਪਿਓ ਕਈ ਵਾਰੀ ਅਨਪੜ੍ਹ ਹੁੰਦੇ ਨੇ, ਪਰ ਉਹ ਬੱਚਾ ਅੰਗਰੇਜ਼ੀ ਦੇ ਕੁਝ ਸ਼ਬਦ ਬੋਲਦਾ ਰਹਿੰਦਾ ਹੈ, ਇਸ ਲਈ ਮਾਂ ਪਿਓ ਨੂੰ ਵੀ ਹੌਲੀ ਹੌਲੀ ਸਮਝ ਆ ਜਾਂਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਜਮ ਹੈ ਇਹ ਹੈ ਜਗਾਤੀ, ਇਹ ਹੈ ਮਹਿਸੂਲੀਆ, ਇਹ ਹੈ ਟੈਕਸ ਲੈਣ ਵਾਲਾ। ਇਹ ਟੈਕਸ ਲੈਂਦਾ, ਕਰ ਲਾਏ, ਟੈਕਸ ਲਾਉਂਦਾ ਹੈ। ਕਿਹਨਾਂ 'ਤੇ? ਦੂਜੇ ਪਾਏ, ਜਿਹੜੇ ਮਾਇਆ ਨੂੰ ਪਿਆਰ ਕਰਦੇ ਹਨ, ਰੱਬ ਨੂੰ ਨਹੀਂ। ਰੱਬ ਵਾਲੇ ਛੱਡਦੇ, ਰੱਬ ਵਾਲੇ ਕੋਲ ਤਾਂ ਨੇੜੇ ਨਹੀਂ ਹੁੰਦਾ ਜਮ। ਜਿਹੜਾ ਨਾਮ ਜਪਦਾ ਉਹਦੇ ਤਾਂ ਜਮ ਨੇੜੇ ਹੀ ਨਹੀਂ ਆਉਂਦੇ। ਇਹ ਜਮ ਲਿਜਾਂਦੇ ਹੀ ਫੜ ਕੇ ਉਹਨੂੰ ਨੇ, ਜਿਹੜਾ ਨਾਮ ਨਹੀਂ ਜਪਦਾ ਹੈ ਉਹਨੂੰ। ਫਿਰ ਟੈਕਸ ਲਾਉਂਦਾ, ਭਾਵ ਨੂੰ ਸਜ਼ਾ ਦਿੰਦਾ ਹੈ। ਨਾਮ ਭੁੱਲੇ ਦੇ ਸਜ਼ਾਏ, ਜਿਹੜੇ ਨਾਮ ਤੋਂ ਭੁੱਲ ਗਏ ਹਨ, ਜਿਹੜੇ ਨਾਮ ਨਹੀਂ ਜਪਦੇ, ਦੇ ਸਜ਼ਾਏ, ਇਹ ਜਮ ਜਿਹੜੇ ਨੇ ਉਹਨਾਂ ਨੂੰ ਸਜ਼ਾ ਦਿੰਦੇ ਆ। ਫਿਰ ਉਹਨਾਂ ਦੇ ਮਾਰ ਕੁਟਾਈ ਹੁੰਦੀ ਹੈ, ਸਜ਼ਾ ਮਿਲਦੀ ਹੈ। ਤੁਸੀਂ ਨਾਮ ਕਿਉਂ ਨਹੀਂ ਜਪਿਆ? ਕਿਉਂਕਿ ਪਰਮਾਤਮਾ ਨੇ ਸਾਨੂੰ ਐਕਚੁਅਲੀ ਇੱਕੋ ਕੰਮ ਕਰਨ ਲਈ ਭੇਜਿਆ ਵੀ ਤੁਸੀਂ ਜਾ ਕੇ ਮੇਰਾ ਨਾਮ ਜਪਣਾ। ਆਹ ਜਿਹੜਾ ਅਸੀਂ ਬਾਕੀ ਕੰਮ ਕਰ ਰਹੇ ਹਾਂ ਇਹ ਤਾਂ ਠੀਕ ਹੈ, ਸਾਨੂੰ ਸਰੀਰ ਲੱਗਾ, ਸਾਡਾ ਪਰਿਵਾਰ ਹੈ। ਹੁਣ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੈ, ਉਹ ਮਾਇਆ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਲਈ ਅਸੀਂ ਕੋਈ ਨਾ ਕੋਈ ਅਜਿਹਾ ਕੰਮ ਕਰਦੇ ਹਾਂ ਜਿਸ ਨਾਲ ਅਸੀਂ ਧਨ ਕਮਾ ਸਕੀਏ। ਉਹ ਤਾਂ ਇਸ ਲਈ ਕਰਦੇ
ਸਾਨੂੰ ਇਹ ਕੰਮ ਕਰਨ ਨੂੰ ਪਰਮਾਤਮਾ ਨੇ ਨਹੀਂ ਭੇਜਿਆ। ਉਹ ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਮਨੁੱਖਾ ਜੀਵਨ ਸਿਰਫ ਅਤੇ ਸਿਰਫ ਇਸ ਲਈ ਦੇ ਰਿਹਾ ਕਿ ਤੁਸੀਂ ਮੇਰਾ ਜਾ ਕੇ ਨਾਮ ਜਪਣਾ। ਇਹ ਬੰਦਾ ਜਪਦਾ ਨਹੀਂ ਹੈ। ਸਤਿਯੁਗ ਤੋਂ ਲੈ ਕੇ ਜਿਹੜੇ ਵੀ ਵੇਦ ਜਾਣਦੇ ਸਨ, ਉਹ ਪੜ੍ਹ ਪੜ੍ਹ ਕੇ ਲੋਕਾਂ ਨੂੰ ਦੱਸਦੇ ਸਨ ਕਿ ਭਾਈ ਨਾਮ ਜਪੋ, ਸ਼ੁਭ ਕਰਮ ਕਰੋ। ਪਰ ਇਹ ਬੰਦਾ ਪਰਵਾਹੀ ਨਹੀਂ ਕਰਦਾ, ਆਪਣੀ ਮਰਜ਼ੀ ਕਰਦਾ, ਅਤੇ ਫਿਰ ਆ ਬੁਰਾ ਹਾਲ ਦਿਨੋਂ ਦਿਨ ਸਮਾਜ ਦਾ ਹੋਈ ਜਾ ਰਿਹਾ। ਸਮਾਜ ਦਿਨੋਂ ਦਿਨ ਗਿਰਾਵਟ ਵੱਲ ਜਾਈ ਜਾ ਰਿਹਾ ਹੈ। ਕਿਉਂ? ਇਹ ਮੰਨਦੇ ਹੀ ਨਹੀਂ ਹੈਗੇ। ਫਿਰ ਜਦ ਮੰਨਣਾ ਨਹੀਂ ਤਾਂ ਫਿਰ ਕੁੱਟ ਤਾਂ ਪੈਣੀ ਹੀ ਪੈਣੀ। ਬੱਚਾ ਅਗਰ ਮਾਂ ਪਿਓ ਦੀ ਗੱਲ ਹੀ ਨਹੀਂ ਮੰਨਦਾ, ਫਿਰ ਮਾਂ ਪਿਓ ਰਖੜੇ ਲਾਉਂਦੇ ਨੇ, ਥੱਪੜ ਲਾਉਂਦੇ ਨੇ। ਵਿਦਿਆਰਥੀ ਟੀਚਰ ਦੀ ਗੱਲ ਨਹੀਂ ਮੰਨਦਾ, ਟੀਚਰ ਵੀ ਕਟਾਪਾ ਕਰਦਾ ਹੈ। ਲੋਕ ਸਰਕਾਰ ਦਾ ਹੁਕਮ ਨਹੀਂ ਮੰਨਦੇ, ਸਰਕਾਰ ਪੁਲਿਸ ਨਾਲ ਕਟਾਪਾ ਕਰਦੀ ਹੈ। ਇਸੇ ਤਰ੍ਹਾਂ ਹੀ ਇਹ ਮਨੁੱਖ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ। ਕਹਿੰਦਾ ਕੋਈ ਨਾ, ਆਉਣਾ ਤਾਂ ਮੇਰੇ ਕੋਲ ਹੀ ਹੈ ਨਾ, ਕਰ ਲੈ ਜੋ ਕਰਦਾ। ਨਾ ਨਾਮ ਜਪ ਕਰ ਲੈ ਪੁੱਠੇਗਾ, ਆਉਣਾ ਤਾਂ ਮੇਰੇ ਕੋਲ ਹੀ ਹੈ ਨਾ। ਫਿਰ ਉਹਨੇ ਜਮ ਰੱਖੇ ਹੋਏ ਨੇ, ਫਿਰ ਉਹ ਇੱਥੋਂ ਹੀ ਕੁੱਟਦੇ ਲਿਜਾਂਦੇ ਨੇ। ਅੱਗੇ ਤਾਂ ਗੱਲ ਹੀ ਛੱਡੋ, ਇੱਥੋਂ ਹੀ ਕੁੱਟਦੇ ਲਿਜਾਂਦੇ ਨੇ। ਜੇ ਪੁਲਿਸ ਵਾਲੇ ਜਦੋਂ ਫੜਨ ਆਉਂਦੇ ਨੇ, ਹੁਣ ਤਾਂ ਪੁਲਿਸ ਵਾਲੇ ਲੈ ਜਾਂਦੇ ਥਾਣੇ ਜਾ ਕੇ ਕੁੱਟਦੇ ਨੇ। ਪਹਿਲਾਂ ਘਰੋਂ ਹੀ ਕੁੱਟਣ ਲੱਗ ਜਾਂਦੇ ਸਨ, ਕੁੱਟਦੇ ਹੀ ਲਿਜਾਂਦੇ ਸਨ ਥਾਣੇ ਦਾ। ਫਿਰ ਉੱਥੇ ਢਾਹ ਲੈਂਦੇ ਸਨ ਜਾ ਕੇ, ਫਿਰ ਕਟਾਪਾ ਕਰਦੇ ਸਨ। ਫਿਰ ਉਹ ਮੰਨਦਾ ਸੀ, ਫਿਰ ਅੱਗੇ ਉਹਨੂੰ ਕੋਰਟ 'ਚ ਲੈ ਕੇ ਜਾਂਦੇ ਸੀ। ਫਿਰ ਤਰੀਕਾਂ ਪੈਂਦੀਆਂ ਸੀ, ਫਿਰ ਜਿਹੜਾ ਹੈ ਜੱਜ ਫਿਰ ਉਹਨੂੰ ਸਜ਼ਾ ਦਿੰਦਾ ਸੀ, ਫਿਰ ਜੇਲ੍ਹ ਜਾਂਦਾ ਸੀ। ਉਹ ਇਸੇ ਤਰ੍ਹਾਂ ਜਮ ਕਰਦੇ ਨੇ। ਇੱਕੋ ਜਿਹੇ ਡਿਪਾਰਟਮੈਂਟ ਦੋਨੋਂ। ਇਹ ਪੁਲਿਸ ਵਾਲੇ ਜਾਂਦਾ ਉਹਨਾਂ ਤੋਂ ਸਿੱਖ ਕੇ ਆਏ ਨੇ, ਜੋ ਪੁਲਿਸ ਤੋਂ ਸਿੱਖ ਕੇ ਗਏ ਨੇ। ਕੋਈ ਗੱਲ ਤਾਂ ਹੈ ਹੀ। ਸੋ ਇਸ ਲਈ ਨਾਮ ਭੁੱਲੇ ਦੇ ਸਜ਼ਾਏ। ਜਿਹੜੇ ਨਾਮ ਨੂੰ ਭੁੱਲ ਗਏ ਨੇ, ਇਹ ਜਮ ਉਹਨਾਂ ਨੂੰ ਸਜ਼ਾ ਦਿੰਦੇ ਹਨ। ਘੜੀ ਮੋਹਤ ਕਾ ਲੇਖਾ ਲੇਵੈ, ਰਤਿਓਂ ਮਾਸ਼ਾ ਤੋਲ ਕਢਾਵਣੇ। ਘੜੀ ਹੁੰਦੀ 24.5 ਮਿੰਟਾਂ ਦੀ, ਮੋਹਤ ਹੁੰਦੀ ਅੱਧੀ ਘੜੀ। ਜੇ ਬਾਬਾ ਫਰੀਦ ਜੀ ਕਹਿੰਦੇ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਧ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੁਲਾ। ਕਿ ਚਲੋ ਘੜੀ ਨਹੀਂ, ਅੱਧੀ ਸਹੀ, ਅੱਧੀ ਨਹੀਂ ਉਦੋਂ ਵੀ ਅੱਧੀ ਸਹੀ। ਜਿੰਨਾ ਵੀ ਸਮਾਂ ਤੁਸੀਂ ਕਹਿੰਦੇ ਸਤਸੰਗ ਕਰ ਲਓਗੇ, ਤੁਹਾਨੂੰ ਲਾਭ ਹੀ ਲਾਭ ਹੈ। ਇਸ ਲਈ ਕਹਿੰਦੇ ਜਿਹੜੇ ਜਾਮ ਨੇ ਨਾ, ਫਿਰ ਕੀ ਕਰਦੇ ਨੇ? ਘੜੀ ਮੋਹਤ ਕਾ ਲੇਖਾ ਲੇਵੈ, ਰਤਿਓਂ ਮਾਸ਼ਾ ਤੋਲ ਕਢਾਵਣੇ। ਰਤਿਓਂ ਮਾਸ਼ਾ ਤੋਲ ਕਢਾਵਣੇ ਮਤਲਬ ਛੋਟੇ ਛੋਟੇ ਜਿਹੜੇ ਕਰਮ ਨੇ, ਉਹਨਾਂ ਦਾ ਵੀ ਹਿਸਾਬ ਮੰਗਦਾ ਉਹ। ਕਿਸ ਘੜੀ ਕਿਸ ਸਮੇਂ ਤੁਸੀਂ ਕੀ ਕੰਮ ਕੀਤਾ, ਉਹਦਾ ਹਿਸਾਬ ਕਿਤਾਬ ਲੈਣਾ, ਅਤੇ ਉਹਦੇ ਕਰਮਾਂ ਦੇ ਅਨੁਸਾਰ ਫਿਰ ਅੱਗੇ ਸਾਰੇ ਫੈਸਲੇ ਹੁੰਦੇ ਨੇ। ਸੋ ਛੋਟੇ ਰਤਿਓਂ ਮਾਸ਼ਾ, ਛੋਟੇ ਜਿਹੀ ਚੀਜ਼ ਹੁੰਦੀ ਹੈ। ਛੋਟੇ ਛੋਟੇ ਕਰਮਾਂ ਦਾ ਵੀ ਹਿਸਾਬ ਲਿਆ ਜਾਣਾ ਹੈ। ਪਈੜੈ ਫਿਰ ਚੇਤੈ ਨਹੀਂ, ਦੂਜੈ ਮੁੱਠੀ ਰੋਵੈ ਤਾਹੀਂ ਤਾਹੀਂ। ਹਾਹਿਨ ਬਿਹਾਰੀ ਬਿੰਦੀ। ਖਰੀ ਕੁਆਲਿਓ ਕਰੂਪ ਕੁਲੱਖਣੀ। ਇਹਨੂੰ ਕੁਲਖਣੀ ਨਹੀਂ ਪੜ੍ਹਨਾ, ਕੁਲੱਖਣੀ ਲੱਲੇ ਤੇ ਅਧਿਕ ਲਾ ਕੇ ਪੜ੍ਹਨਾ। ਖਰੀ ਕੁਆਲਿਓ ਕਰੂਪ ਕੁਲੱਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪਈੜੈ ਪੇਕੇ ਘਰ, ਭਾਵ ਇਸ ਮਨੁੱਖਾ ਜੀਵਨ ਵਿੱਚ। ਪਿਰ ਹੁੰਦਾ ਪ੍ਰਭੂ ਪਤੀ। ਜਿਹੜੀ ਜੀਵ ਇਸਤਰੀ ਇਸ ਪੇਕੇ ਘਰ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਕਰਦੀ, ਭਾਵ ਜਿਹੜਾ ਇਨਸਾਨ ਇਹ ਮਨੁੱਖਾ ਜੀਵਨ ਵਿੱਚ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਧਰਮ ਅਨੁਸਾਰ ਕਹਿੰਦੇ 84 ਲੱਖ ਜੂਨਾਂ, ਉਹ 'ਚ ਸਿਰਫ ਅਤੇ ਸਿਰਫ ਇੱਕ ਜੂਨੀ ਹੈ, ਮਨੁੱਖਾ ਜੂਨੀ, ਜਿਹਨੂੰ ਨਾਮ ਜਪਣ ਲਈ ਪਰਮਾਤਮਾ ਨੇ ਭੇਜਿਆ। ਬਾਕੀਆਂ ਨੂੰ ਨਹੀਂ ਜਪਿਆ। ਬਾਕੀਆਂ ਨੂੰ ਪਰਮਾਤਮਾ ਨੇ ਨਹੀਂ ਕਿਹਾ, ਊਠ ਨੂੰ ਨਹੀਂ ਕਿਹਾ, ਬਿੱਲੀ ਨੂੰ ਨਹੀਂ ਕਿਹਾ, ਤੋਤੇ ਨੇ ਕਿਹਾ ਤੁਸੀਂ ਨਾਮ ਜਪਣਾ। ਨੋ, ਉਹਨੂੰ ਪਤਾ ਇਹਨਾਂ ਨੂੰ ਤਾਂ ਸੋਝੀ ਨਹੀਂ ਹੈਗੀ। ਮਨੁੱਖ ਨੂੰ ਸੋਝੀ ਦੇ ਕੇ ਭੇਜਿਆ ਹੈ।
ਇਹਨੂੰ ਕਹਿ ਤੂੰ ਮੇਰਾ ਜਾ ਕੇ ਨਾਮ ਜਪਣਾ। ਇਹਨੇ ਜਪਿਆ ਨਹੀਂ ਹੁੰਦਾ, ਫਿਰ ਇਹਨੂੰ ਸਜ਼ਾ ਮਿਲਦੀ ਹੈ। ਕੋਈ ਜੇ ਨਾਮ ਜਪੇਗਾ ਤੇ ਰੱਬ ਤੋਂ ਗੁਰੂ ਤੋਂ ਡਰ ਕੇ ਰਹੇਗਾ, ਸ਼ੁਭ ਕਰਮ ਕਰੇਗਾ। ਹੁਣ ਨਾਮ ਹੀ ਨਹੀਂ ਜਪੇਗਾ, ਨਾ ਗੁਰੂ ਤੋਂ ਡਰੇਗਾ, ਨਾ ਰੱਬ ਤੋਂ ਡਰੇਗਾ, ਪੁੱਠੇ ਕੰਮ ਕਰੇਗਾ। ਇਸ ਕਰ ਪਈੜੈ ਫਿਰ ਚੇਤੈ ਨਹੀਂ। ਪੇਕੇ ਘਰ 'ਚ ਰਹਿੰਦੇ ਆਪਾਂ, ਇਸ ਮਨੁੱਖਾ ਜੀਵਨ 'ਚ ਰਹਿ ਕੇ ਇਹ ਰੱਬ ਨੂੰ ਯਾਦ ਨਹੀਂ ਕਰਦਾ। ਦੂਜੇ ਮੁੱਠੀ ਰੋਵੇ ਤਾਹੀਂ। ਦੂਜੇ ਮੁੱਠੀ ਹੁੰਦੇ ਠੱਗੀ ਗਈ, ਦੂਜੇ ਦਾ ਮਾਇਆ। ਇਸ ਜੀਵ ਇਸਤਰੀ ਨੂੰ ਮਾਇਆ ਨੇ ਠੱਗ ਲਿਆ, ਮਾਇਆ ਨੇ ਠੱਗ ਲਿਆ। ਰੋਵੇ ਤਾਹੀਂ, ਹੁਣ ਜਾਣ ਵੇਲੇ ਧਾਹਾਂ ਮਾਰ ਮਾਰ ਕੇ ਰੋਂਦੇ। ਇਹ ਕਿੰਨਾ ਉਂਝ ਰੋਣਾ। ਕਈ ਵਾਰ ਲੋਕ ਪਿੱਟਦੇ ਨੇ, ਹੱਥ ਦੁਹਤੜੇ ਮਾਰਦੇ ਪੱਟਾਂ 'ਤੇ। ਕੋਈ ਛਾਤੀ ਨੂੰ ਪਿੱਟ ਰਿਹਾ ਹੁੰਦਾ, ਕੋਈ ਪੱਟਾਂ ਨੂੰ ਪਿੱਟ ਰਿਹਾ ਹੁੰਦਾ, ਧਾਹਾਂ ਮਾਰ ਮਾਰ ਕੇ ਰੋਂਦੇ ਕਿ ਸਜ਼ਾ ਬਹੁਤ ਮਿਲਦੀ ਹੈ। ਮਾਇਆ ਦੇ ਪਿਆਰ ਕਰਕੇ ਠੱਗੀ ਗਈ ਹੈ। ਮਾਇਆ ਨੇ ਠੱਗ ਲਿਆ, ਰੱਬ ਹੀ ਭੁਲਾ ਦਿੱਤਾ ਹੈ। ਹੁਣ ਧਾਹਾਂ ਮਾਰ ਮਾਰ ਕੇ ਰੋਂਦੀ ਹੈ। ਖਰੀ ਮੈਨੇ ਬਹੁਤ ਕੁਆਲਿਓ। ਕੋ ਹੁੰਦਾ ਭੈੜੇ ਨੂੰ ਕਹਿੰਦੇ ਨੇ। ਜੇ ਕਪੁੱਤਰ, ਪੁੱਤਰ ਭੈੜਾ ਪੁੱਤਰ, ਪੁੱਤਰ ਚੰਗਾ ਪੁੱਤਰ। ਕੋ ਭੈੜਾ, ਆਲਿਓ ਘਰ ਨੂੰ ਕਹਿੰਦੇ ਨੇ। ਭੈੜੇ ਘਰ ਦੀ ਜਿਹੜੀ ਨਾਮ ਨਹੀਂ ਜਪਦੀ, ਮਾਇਆ ਦੀ ਠੱਗੀ ਗਈ, ਐਸ ਬਹੁਤ ਭੈੜੇ ਘਰ ਦੀ ਹੈ। ਕਰੂਪ, ਭੈੜੇ ਰੂਪ ਹੈ, ਬਦ ਸ਼ਕਲ ਹੈ। ਕੁਲੱਖਣੀ, ਭੈੜੇ ਲੱਛਣਾਂ ਵਾਲੀ ਹੈ। ਸੁਪਨੇ ਫਿਰ ਨਹੀਂ ਪਾਵਨੇ। ਹੁਣ ਤੇ ਸੁਪਨੇ 'ਚ ਪ੍ਰਭੂ ਪਤੀ ਨਹੀਂ ਮਿਲਦਾ, ਉਹੀ ਤਾਂ ਕੀ ਮਿਲਣਾ। ਉਹ ਤੇ ਬਹੁਤ ਭੈੜੇ ਕਰਦੀ ਹੈ। ਕਰੂਪ ਹੈ, ਬਦ ਸ਼ਕਲ ਹੈ, ਕੁਲੱਖਣੀ ਹੈ, ਭੈੜੇ ਕੰਮਾਂ ਵਾਲੀ ਹੈ, ਭੈੜੇ ਲੱਛਣਾਂ ਵਾਲੀ ਹੈ। ਹੁਣ ਤਾਂ ਸੁਪਨੇ 'ਚ ਵੀ ਰੱਬ ਨਹੀਂ ਮਿਲਦਾ। ਪਈੜੈ ਫਿਰ ਮਨ ਵਸਾਇਆ। ਹੁਣ ਅੱਧੋ ਉਲਟ ਹੈ। ਪਈੜੈ ਫਿਰ ਮਨ ਵਸਾਇਆ। ਪੂਰੇ ਗੁਰ ਹਦੂਰ ਦਿਖਾਇਆ। ਕਾਮਣ ਫਿਰ ਰਾਖਿਆ ਕੰਠ ਲਾਏ। ਸ਼ਬਦੇ ਫਿਰ ਰਾਵੈ ਸੇਜ ਸੁਹਾਵਣਿਆ। ਪਈੜੈ ਪੇਕੇ ਘਰ 'ਚ, ਭਾਵ ਇਸ ਮਨੁੱਖਾ ਜੀਵਨ ਵਿੱਚ। ਜਿਨ੍ਹਾਂ ਨੇ ਇਸ ਮਨੁੱਖਾ ਜੀਵ 'ਚ ਫਿਰ ਮਨ ਵਸਾਇਆ। ਫਿਰ ਪਤੀ ਪਰਮਾਤਮਾ। ਜਿਸ ਜੀਵ ਇਸਤਰੀ ਨੇ ਇਸ ਮਨੁੱਖਾ ਜੀਵਨ 'ਚ ਆਪਣੇ ਪ੍ਰਭੂ ਪਤੀ ਨੂੰ ਮਨ 'ਚ ਵਸਾ ਲਿਆ, ਪੂਰੇ ਗੁਰ ਹਦੂਰ ਦਿਖਾਇਆ। ਫਿਰ ਜਿਹੜਾ ਪੂਰਾ ਗੁਰੂ ਹੈ ਉਸ ਨੂੰ ਹਾਜ਼ਰ ਨਾਜ਼ਰ ਪਰਮਾਤਮਾ ਵਿਖਾਉਂਦਾ। ਜਿਹੜੇ ਪ੍ਰਭੂ ਪਤੀ ਨੂੰ ਮਨ 'ਚ ਵਸਾ ਲੈਂਦੇ ਨੇ, ਗੁਰੂ ਮਹਾਰਾਜ ਨੂੰ ਫਿਰ ਪਰਮਾਤਮਾ ਹਾਜ਼ਰ ਨਾਜ਼ਰ ਵਿਖਾਉਂਦਾ। ਹਜ਼ੂਰ ਹੁੰਦਾ ਹਾਜ਼ਰ ਨਾਜ਼ਰ, ਸਾਹਮਣੇ ਜਿਹਨੂੰ ਕਹਿੰਦੇ ਹਾਜ਼ਰ ਹੈ। ਪੂਰਾ ਗੁਰੂ ਉਸ ਨੂੰ ਹਾਜ਼ਰ ਨਾਜ਼ਰ ਵਿਖਾਉਂਦਾ ਪਰਮਾਤਮਾ। ਕਾਮਣ ਫਿਰ ਰਾਖਿਆ ਕੰਠ ਲਾਏ। ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਗਲ ਨਾਲ ਲਾ ਕੇ ਰੱਖਦੀ ਹੈ, ਭਾਵ ਪਰਮਾਤਮਾ ਦਾ ਨਾਮ ਬੜੇ ਪਿਆਰ ਨਾਲ ਜਪਦੀ ਰਹਿੰਦੀ ਹੈ। ਸ਼ਬਦੇ ਫਿਰ ਰਾਵੈ। ਉਹ ਨਾਮ ਜਪ ਜਪ ਕੇ ਰਾਵੈ ਹੁੰਦਾ ਆਨੰਦ ਮਾਣਨਾ, ਪਿਆਰ ਨੂੰ ਮੰਨਣਾ। ਉਹ ਪਤੀ ਦੇ ਪਿਆਰ ਨੂੰ ਮਾਣਦੀ ਹੈ। ਸੇਜ ਸੁਹਾਵਣਿਆ, ਅਤੇ ਉਹਦੀ ਸੇਜਾ ਸੋਹਣੀ ਹੋ ਜਾਂਦੀ ਹੈ। ਉਹਦੇ ਮਨ ਰੂਪੀ ਸੇਜਾ ਸੁਹਾਵਣੀ ਹੋ ਜਾਂਦੀ ਹੈ। ਉਹਦਾ ਜੀਵਨ ਹੀ ਸੁਹਾਵਣਾ ਹੋ ਜਾਂਦਾ। ਆਪੇ ਦੇਵੈ ਸਦ ਬੁਲਾਏ। ਆਪਣਾ ਨਾਉ ਮਨ ਵਸਾਏ। ਇਹਨੂੰ ਮਨ ਨਹੀਂ ਪੜ੍ਹਨਾ, ਭਾਵੇਂ ਟਿੱਪੀ ਲਾ ਕੇ ਲਿਖਿਆ, ਇਹਨੂੰ ਮਨ ਪੜ੍ਹਨਾ। ਮਨ ਹੁੰਦਾ ਅਰਥ ਮਨ ਵਿੱਚ, ਮਨ ਹੁੰਦਾ ਮੰਨਣਾ। ਇੱਥੇ ਮਨ ਵਿੱਚ ਮਨ। ਆਪਣਾ ਨਾਉ ਮਨ ਵਸਾਏ। ਜੇ ਨਾਉ, ਇਹਨੂੰ ਨਾਉ ਵੀ ਪੜ੍ਹ ਸਕਦੇ ਹੋ। ਨਾਉ ਫਾਰਸੀ ਦਾ ਸ਼ਬਦ ਹੈ, ਨਾਉ ਪੰਜਾਬੀ ਦਾ ਸ਼ਬਦ ਹੈ। ਬਿਨਾਂ ਬਿੰਦੀ ਤੋਂ ਬੋਲੋਗੇ ਨਾਉ ਫਾਰਸੀ ਦਾ ਸ਼ਬਦ ਅਰਥ ਹੈ ਨਾਮ। ਬਿੰਦੀ ਲਾ ਕੇ ਬੋਲੋਗੇ ਨਾਉ, ਇਹ ਪੰਜਾਬੀ ਦਾ ਅਰਥ ਹੈ, ਨਾਮ ਸ਼ਬਦ ਹੈ।
ਆਪਣਾ ਨਾਮ ਮਨ ਵਸਾਏ, ਨਾਨਕ ਨਾਮ ਮਿਲੈ ਵਡਿਆਈ, ਅਣ ਦਿਨ ਸਦਾ ਗੁਣ ਗਾ ਬਣਿਆ। ਕਹਿੰਦੇ ਆਪੇ ਦੇਵੈ ਸਦ ਬੁਲਾਏ। ਪਰਮਾਤਮਾ ਜੀਵ ਨੂੰ ਆਪ ਹੀ ਬੁਲਾ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ। ਇਹ ਨਾਮ ਦੀ ਦਾਤ ਵੀ ਪਰਮਾਤਮਾ ਹੀ ਦਿੰਦਾ ਜੀਵ ਨੂੰ। ਆਪਣਾ ਨਾਮ ਮਨ ਵਸਾਏ, ਉਹ ਜੀਵ ਨੂੰ ਆਪਣੇ ਕੋਲ ਬੁਲਾ ਕੇ ਆਪਣਾ ਨਾਮ ਇਸ ਮਨੁੱਖ ਦੇ ਅੰਦਰ ਵਸਾ ਦਿੰਦਾ ਹੈ। ਜਦੋਂ ਨਾਮ ਵਸ ਗਿਆ ਨਾ, ਫਿਰ ਆਪਣੇ ਆਪ ਹੀ ਬੰਦਾ ਵਾਹਿਗੁਰੂ 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 ਕਰਦਾ ਰਹਿੰਦਾ ਹੈ। ਅਜੇ ਸਾਨੂੰ ਉਚੇਚ ਕਰਨਾ ਪੈਂਦਾ, ਕਿਉਂਕਿ ਨਾਮ ਸਾਡੇ ਹਿਰਦੇ 'ਚ ਵਸੇ ਹੀ ਨਹੀਂ ਹੈ। ਸਾਨੂੰ ਇਸ ਲਈ ਵਾਹਿਗੁਰੂ ਵਾਹਿਗੁਰੂ ਕਰਨਾ ਪੈਂਦਾ। ਜਦੋਂ ਨਾਮ ਹਿਰਦੇ 'ਚ ਵਸ ਗਿਆ, ਰਸਨ ਨੇ ਉਂਝ ਹੀ ਬੋਲੀ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਨੁਆਦਤ ਪੈ ਜਾਣੀ। ਸੋ ਪਹਿਲਾਂ ਤਾਂ ਆਦਤ ਪਾਉਣੀ ਹੁੰਦੀ ਹੈ। ਕਿਸੇ ਕਰਮ ਨੂੰ ਤੁਸੀਂ ਵਾਰੀ 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 ਕਰਦੇ ਰਹੋ, ਉਸ ਦੀ ਆਦਤ ਤੁਹਾਨੂੰ ਪੈ ਜਾਏਗੀ, ਉਹਦੀ ਆਦਤ ਪੈ ਜਾਏਗੀ। ਕੋਈ ਵੀ ਕਰਮ ਹੈ ਵਾਰੀ ਵਾਰੀ ਕਰੋ, ਉਹਦੀ ਆਦਤ ਪੈ ਜਾਏਗੀ। ਇੱਕ ਅੱਧੀ ਵਾਰੀ ਕਿਸੇ ਨੇ ਸ਼ਰਾਬ ਪੀਤੀ ਹੈ, ਉਹ ਸ਼ਰਾਬੀ ਦਾ ਉਹ ਆਦੀ ਨਹੀਂ ਹੋਏਗਾ। ਪਰ ਜੋ ਮਹੀਨਾ 2 ਮਹੀਨੇ ਰੋਜ਼ ਪੀਂਦਾ, ਤੁਹਾਨੂੰ ਫਿਰ ਸ਼ਰਾਬ ਪੀਣ ਦੀ ਆਦਤ ਪੈ ਜਾਏਗੀ। ਫਿਰ ਉਸ ਆਦਤ ਤੋਂ ਖੜਾ ਛੁਡਾਉਣਾ ਔਖਾ ਹੈ। ਜਿਹੜਾ ਇੱਕ ਅੱਧੀ ਵਾਰੀ ਨਸ਼ਾ ਕਰਦਾ ਹੈ, ਉਹ ਨਸ਼ੇ ਨੂੰ ਛੱਡ ਸਕਦਾ ਹੈ, ਪਰ ਜਿਹੜਾ 2-4 ਮਹੀਨੇ ਨਸ਼ਾ ਕਰਦਾ ਰਿਹਾ, ਉਹਦੇ ਲਈ ਫਿਰ ਨਸ਼ਾ ਛੱਡਣਾ ਔਖਾ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਜੇ 2-4 ਵਾਰੀ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਤਾਂ ਸਾਨੂੰ ਵਾਹਿਗੁਰੂ ਭੁੱਲ ਜਾਏਗਾ, ਅਸੀਂ ਆਦੀ ਨਹੀਂ। ਪਰ ਜੇ ਅਸੀਂ ਰੋਜ਼ ਵਾਹਿਗੁਰੂ 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 ਕਰਦੇ ਰਹਿਣਾ, ਫਿਰ ਸਾਨੂੰ ਇਹ ਵਾਹਿਗੁਰੂ ਵਾਹਿਗੁਰੂ ਕਰਨ ਦੀ ਆਦਤ ਪੈ ਜਾਏਗੀ। ਸੋ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ। ਘਟੀਆ ਆਦਤਾਂ ਜੇ ਇੱਕ ਵਾਰੀ ਪੈ ਜਾਣ, ਉਹਨਾਂ 'ਤੇ ਖਹਿੜਾ ਛੁਡਾਉਣਾ ਬੜਾ ਮੁਸ਼ਕਿਲ ਹੁੰਦਾ ਹੈ। ਇਸ ਲਈ ਮਾਂ ਪਿਓ ਦਾ ਫਰਜ਼ ਬਣਦਾ ਆਪਣੇ ਬੱਚੇ ਦੀ ਸੰਗਤ ਨੂੰ ਵੇਖਦੇ ਰਹਿਣਾ, ਕਿ ਮੇਰੇ ਬੱਚੇ ਦੇ ਦੋਸਤ ਮਿੱਤਰ ਜਾਂ ਸਹੇਲੀਆਂ ਕੌਣ ਨੇ। ਬੜਾ ਸਾਵਧਾਨ ਰਹਿਣਾ ਪੈਂਦਾ ਬੱਚਿਆਂ ਪ੍ਰਤੀ। ਅਗਰ ਬੱਚਿਆਂ ਦੇ ਦੋਸਤ ਮਿੱਤਰ, ਕੁੜੀਆਂ ਦੀਆਂ ਸਹੇਲੀਆਂ ਅਗਰ ਉਹ ਠੀਕ ਨਹੀਂ, ਤਾਂ ਤੁਹਾਡਾ ਬੱਚਾ ਵੀ ਵਿਗੜ ਸਕਦਾ ਹੈ। ਇਸ ਲਈ ਇਹ ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਇਸ ਗੱਲ ਤੋਂ ਸਾਵਧਾਨ ਰਹਿਣ। ਪਰ ਦੁੱਖ ਤਾਂ ਹੈ ਕਿ ਮਾਂ ਪਿਓ ਆਪ ਹੀ ਵਿਗੜੇ ਹੋਏ ਨੇ, ਉਹ ਤਾਂ ਆਪ ਹੀ ਵਿਗੜੇ ਨੇ, ਉਹ ਕੀ ਸੰਭਾਲ ਕਰਨਗੇ। ਆਪ ਹੀ ਵਿਗੜੇ ਹੋਏ ਨੇ। ਵਿਗੜਿਆਂ ਦੇ ਫਿਰ ਅੱਗੇ ਵਿਗੜੇ ਹੋਏ ਬੱਚੇ ਪੈਦਾ ਹੁੰਦੇ ਨੇ। ਹੁਣ ਜਿਹੜੇ ਮਾਂ ਪਿਓ ਹੁਣ ਸ਼ਹਿਰਾਂ 'ਚ ਨੇ, ਮਾਂ ਪਿਓ ਸ਼ਰਾਬ ਪੀ ਰਹੇ ਨੇ, ਦੇਖੋ ਅੱਗੋਂ ਬੱਚੇ ਵੀ ਪੀ ਰਹੇ ਨੇ, ਬੱਚੇ ਪੀ ਰਹੇ ਨੇ। ਇੱਕ ਬੰਦਾ ਆਪਣੇ ਦੋਸਤ ਨੂੰ ਮਿਲ ਗਿਆ ਚੰਡੀਗੜ੍ਹ, ਉਹ ਕਹਿੰਦਾ ਯਾਰ ਮੈਂ ਅੱਗੇ ਦੋਸਤ ਨੂੰ ਮਿਲ ਚੱਲਿਆ, ਅੱਜ ਤੂੰ ਮੇਰੇ ਨਾਲ ਹੀ ਆ ਜਾ, ਫਿਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰ। ਉਹ ਅੱਗੇ ਚਲੇ ਗਏ। ਅੱਗੇ ਕੀ ਵੇਖਦੇ ਨੇ ਵੀ ਬੰਦਾ, ਉਹਦੀ ਘਰ ਵਾਲੀ, ਉਹਦੀ ਕੁੜੀ, ਉਹਦਾ ਜਵਾਈ ਚਾਰੇ ਬੈਠੇ ਸ਼ਰਾਬ ਪੀ ਰਹੇ ਨੇ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਇਹ ਕੀ? ਕਹਿੰਦਾ ਫਿਰ ਕੀ ਹੋ ਗਿਆ, ਤੂੰ ਵੀ ਲਾ ਲਾ ਘੁੱਟ। ਹੁਣ ਜਿਹੜੇ ਆਪ ਹੀ ਵਿਗੜੇ ਹੋਏ ਨੇ, ਉਹਨਾਂ ਨੂੰ ਕੀ ਪਤਾ ਵੀ ਸਾਡੇ ਬੱਚੇ ਵਿਗੜ ਰਹੇ ਨੇ। ਇਹ ਬੜੀ ਸਮੱਸਿਆ ਹੁਣ ਇਹ ਹੋ ਗਈ ਹੈ ਕਿ ਮਾਂ ਪਿਓ ਆਪ ਹੀ ਵਿਗੜੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਸਾਡਾ ਬੱਚਾ ਵਿਗੜੇਗਾ ਕਿ ਸੁਧਰੇਗਾ। ਇਹ ਤਾਂ ਜਿਹੜੇ ਆਪ ਸੁਧਰੇ ਹੋਏ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਨਾ ਸਾਡਾ ਬੱਚਾ ਵਿਗੜ ਰਿਹਾ ਹੈ। ਸੋ ਬੱਚਿਆਂ ਦਾ ਖਿਆਲ ਰੱਖੀਦਾ ਹੁੰਦਾ ਹਮੇਸ਼ਾ। ਇੱਕ ਵਾਰੀ ਵਿਗੜ ਗਏ, ਫਿਰ ਉਹਨੂੰ ਸੁਧਾਰਨਾ ਬੜਾ ਔਖਾ ਹੁੰਦਾ, ਘਰ ਨਰਕ ਬਣ ਜਾਂਦਾ ਹੈ। ਇੱਕ ਵੀ ਵਿਗੜਿਆ ਹੋਇਆ ਬੰਦਾ ਘਰ 'ਚ ਹੋਵੇ, ਘਰ ਨਰਕ ਹੋ ਜਾਂਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਆਪੇ ਦੇਵੈ ਸਦ ਬੁਲਾਏ, ਆਪਣਾ ਨਾਮ ਮਨ ਵਸਾਏ। ਪਰਮਾਤਮਾ ਆਪ ਹੀ ਜੀਵ ਨੂੰ ਸੱਦ ਕੇ ਆਪਣਾ ਨਾਮ ਦਿੰਦਾ ਹੈ, ਫਿਰ ਆਪਣਾ ਨਾਮ ਉਹਦੇ ਮਨ 'ਚ ਵਸਾ ਦਿੰਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਫਿਰ ਮਨੁੱਖ ਨੂੰ ਨਾਮ ਰਾਹੀਂ ਵਡਿਆਈ ਮਿਲਦੀ ਹੈ। ਕਿਉਂ ਨਾਮ ਨੇ ਮਨੁੱਖ ਦੀ ਵਡਿਆਈ ਕਰਾਉਣੀ ਹੀ ਕਰਾਉਣੀ ਹੈ। ਜਿਹੜਾ ਨਾਮ ਜਪੀ ਜਾਏਗਾ ਜਪੀ ਜਾਏਗਾ ਜਪੀ ਜਾਏਗਾ, ਸਮਾਂ ਪਾ ਕੇ ਲੋਕ ਉਸ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੰਦੇ ਨੇ। ਸਿਆਣੇ ਕਹਿੰਦੇ ਨੇ ਕੰਮ ਕਰੀਏ ਆਪਣਾ,
शोभा जहान दी। बच्चा मेहनती है, वो अपने लिए ही पढ़ रहे हैं, पर लोग वडियाई करते हैं, फलाने का बच्चा बड़ा होशियार है, बड़ा मेहनती है, हर वक्त लगा रहा, वडियाई लोग कर रहे हैं। हालांकि लोगों लिए नहीं पढ़ रहा। बच्चे नूं याद रखना चाहिए, तुसीं लोगों लिए नहीं पढ़ रहे, तुसीं माँ प्यो लिए नहीं पढ़ रहे, तुसीं अपने लिए पढ़ रहे हो। किन्ने क बच्चे ने ਜਿਹੜੇ पढ़ के नौकरियां लग के अपनी थरां 'ਚ अपने माँ प्यो ਨੂੰ कुछ ਦਿੰਦੇ ਨੇ। ਵਿਆਹ ਕਰਾਇਆ ਚਲ ਅੱਡ ਹੋ ਗਏ, ਬਸ ਉਹਦਾ ਆਪਣਾ ਪਰਿਵਾਰ ਹੈ, ਫਿਰ ਬਸ ਫਰੀ ਜਾਓ ਜੀ। ਜਿੰਨਾ ਚਿਰ ਕੁਆਰਾ ਹੈ ਉਹਨਾਂ ਚਿਰ ਤੇ ਕੁਛ ਲਿਆ ਕੇ ਦਿੰਦਾ ਘਰ ਮਾਂ ਪਿਓ ਨੂੰ, ਜਿਹਦੇ ਵਿਆਹ ਗਿਆ ਬਸ ਸਤਿ ਸ੍ਰੀ ਅਕਾਲ ਉਹਦੇ। ਇਸ ਲਈ ਜੇ ਅਸੀਂ ਪੜ੍ਹ ਰਹੇ ਹਾਂ ਆਪਣੇ ਫਾਇਦੇ ਲਈ ਪੜ੍ਹ ਰਹੇ ਹਾਂ, ਕੋਈ ਅਹਿਸਾਨ ਨਹੀਂ ਮਾਂ ਪਿਓ ਦੇ ਕਰਨਾ ਮੈਂ ਪੜ੍ਹ ਰਿਹਾ, ਸਗੋਂ ਉਹਨਾਂ ਦੇ ਅਹਿਸਾਨਮੰਦ ਰਹਿਣਾ ਵੀ ਤੁਸੀਂ ਮੈਨੂੰ ਪੜ੍ਹਾ ਰਹੇ ਹੋ। ਜੇ ਤੁਸੀਂ ਮੈਨੂੰ ਨਾ ਪੜ੍ਹਾਓ ਤਾਂ ਮੈਂ ਇਸ ਤਰ੍ਹਾਂ ਅਨਪੜ੍ਹ ਰਹਿ ਜਾ, ਫਿਰ ਮੈਨੂੰ ਵੀ ਦਿਹਾੜੀਆਂ ਕਰਨੀਆਂ ਪੈਣਗੀਆਂ। ਬੱਚੇ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਕਿ ਜੋ ਪੜ੍ਹ ਰਿਹਾ ਉਹ ਆਪਣੇ ਲਈ ਪੜ੍ਹ ਰਿਹਾ। ਜੇ ਮੈਨੂੰ ਯਾਦ ਹੈ 10ਵੀਂ ਤੱਕ ਤਾਂ ਠੀਕ ਹੈ, ਮਾਂ ਪਿਓ ਦੇ ਨਾਲ ਕੰਮ ਕਰਾਇਆ, ਰੋਟੀ ਪਾਣੀ ਖਾਧੀ, ਅਤੇ ਸਰਕਾਰੀ ਸਕੂਲ ਦਾ ਫੀਸ ਵੀ ਬਸ ਚੁਆਨੀ ਠਿਆਨੀ ਹੁੰਦੀ ਸੀ, ਉਹ ਤਾਂ ਪੜ੍ਹ ਗਏ। ਉਹ ਤਾਂ ਕੋਈ ਮਾਂ ਪਿਓ ਦਾ ਅਹਿਸਾਨ ਨਹੀਂ, ਕਿਉਂਕਿ ਨਾਲ ਕੰਮ ਕੀਤਾ ਅਤੇ ਪੜ੍ਹ ਗਏ। ਫਿਰ 2 ਸਾਲ ਮੈਂ ਟ੍ਰੇਨਿੰਗ ਕੀਤੀ JBT, ਉਹ ਮੈਨੂੰ ਘਰ ਛੱਡ ਕੇ ਕਾਲਜ ਦੇ ਵਿੱਚ ਜਾਣਾ ਪਿਆ, ਹੋਸਟਲ 'ਚ ਹੀ ਰਹਿਣਾ ਪਿਆ। ਮੈਂ ਘਰਦਿਆਂ ਦਾ ਕੁਛ ਨਹੀਂ 2 ਸਾਲ ਸਵਾਰ ਸਕਿਆ। 990 ਰੁਪਈਏ ਉਸ ਜ਼ਮਾਨੇ 'ਚ ਮੇਰੇ 'ਤੇ ਖਰਚ ਆਇਆ। ਮੈਂ ਟੀਚਰ ਲੱਗ ਕੇ 990 ਥਾਂ 'ਤੇ 1000 ਰੁਪਈਆ ਆਪਣੇ ਪਿਤਾ ਨੂੰ ਦਿੱਤਾ, ਵੀ ਲਓ ਪਿਤਾ ਜੀ ਤੁਸੀਂ ਮੇਰੇ 'ਤੇ 990 ਰੁਪਈਏ ਖਰਚ ਕੀਤੇ ਸੀ, ਇਹ ਆ ਲਓ, ਤੁਹਾਡਾ ਮੇਰਾ ਹੋ ਗਿਆ ਹਿਸਾਬ, ਬਾਕੀ ਜਿੰਨਾ ਮੇਰੇ ਤੋਂ ਸਰੇ ਬਣੇਗਾ ਮੈਂ ਤੁਹਾਨੂੰ ਦਿੰਦਾ ਰਹਾਂਗਾ। ਹਿਸਾਬ ਕਰਤਾ ਇੱਕ ਵਾਰੀ, ਠੀਕ ਹੈ ਭਾਈ। ਉਹਨਾਂ ਨੇ ਮੇਰੇ 'ਤੇ 990 ਰੁਪਈਏ ਲਾਏ, ਮੈਂ ਉਹਨਾਂ ਦਾ ਲਾਤਾ। ਸੋ ਇਸ ਲਈ ਆਪਣੇ ਲਈ ਪੜ੍ਹਨਾ। ਮੈਂ ਬੱਚਿਆਂ ਨੂੰ ਦੇਖੋ ਮਾਂ ਪਿਓ 'ਤੇ ਅਹਿਸਾਨ ਕਰਦੇ ਨੇ, ਦੱਸ ਉਹਨਾਂ 'ਤੇ ਕਾਹਦਾ ਅਹਿਸਾਨ ਹੈ? ਵੀ ਆਪਣੇ ਲਈ ਪੜ੍ਹਨਾ, ਤੁਹਾਨੂੰ ਫਾਇਦਾ ਹੋਣਾ ਹੈ। ਜੇ ਪੜ੍ਹ ਗਏ ਤਾਂ ਮੈਨੂੰ ਹੀ ਫਾਇਦਾ ਨਾ। ਮੈਂ ਆਪ ਪੜ੍ਹ ਗਿਆ, ਅੱਗੋਂ ਮੈਨੂੰ ਘਰ ਵਾਲੀ ਪੜ੍ਹੀ ਹੋਈ ਮਿਲ ਗਈ, ਆਪ ਮੈਂ ਨੌਕਰੀ, ਅੱਗੋਂ ਉਹ ਨੌਕਰੀ ਕਰਨ ਵਾਲੀ ਮਿਲ ਗਈ। ਜਦੋਂ ਮੇਰੀ ਸ਼ਾਦੀ ਉਦੋਂ 600 ਰੁਪਈਆ ਮੇਰੀ ਤਨਖਾਹ ਸੀ, 600 ਵੀ ਮੇਰੀ ਘਰ ਵਾਲੀ ਦੀ ਸੀ। ਪਹਿਲੇ ਦਿਨ ਜੇ ਵਿਆਹ ਹੋਇਆ ਮੈਂ ਉਹਨਾਂ ਨੂੰ ਕਿਹਾ ਵਧਾਈਆਂ, ਕਹਿੰਦੀ ਕਾਹਦੀਆਂ? ਮੈਂ ਤੇਰੀ ਤਨਖਾਹ 1200 ਹੋ ਗਈ। ਕਹਿੰਦੇ ਤੁਹਾਨੂੰ ਵਧਾਈਆਂ, ਤੁਹਾਡੀ ਤਨਖਾਹ 1200 ਹੋ ਗਈ। ਮੈਂ ਦੇਖ ਰਾਤੇ ਰਾਤ ਹੀ ਤੇ, ਨਹੀਂ ਤਾਂ ਕਦੇ ਵੀ ਰਾਤੇ ਰਾਤ ਤਨਖਾਹ ਦੂਣੀ ਨਹੀਂ ਹੁੰਦੀ। ਇੰਕਰੀਮੈਂਟ ਲੱਗ ਜਾਂਦਾ, ਚਾਹੇ 100-200 ਵਧ ਗਿਆ, ਉਹ ਤਾਂ ਰਾਤੇ ਰਾਤ ਹੀ ਦੂਣੀ ਹੋ ਗਈ ਹੁੰਦੀ। ਸੋ ਇਸ ਲਈ ਪੜ੍ਹਾਈ ਹੀ ਹੁੰਦੀ ਹੈ। ਮੈਂ ਕਥਾ ਰਾਹੀਂ ਵੀ ਜਿਹੜੇ ਸੁਣ ਰਹੇ ਨੇ ਮਾਂ ਪਿਓ ਜਾਂ ਬੱਚੇ, ਉਹਨਾਂ ਨੂੰ ਮੈਂ ਦੱਸਦਾ ਕਿ ਭਾਈ ਜੇ ਤੁਸੀਂ ਪੜ੍ਹਦੇ ਹੋ ਆਪਣੇ ਲਈ ਪੜ੍ਹਦੇ ਹੋ, ਮਾਂ ਪਿਓ 'ਤੇ ਅਹਿਸਾਨ ਕਰਨ ਦੀ ਲੋੜ ਨਹੀਂ ਹੈਗੀ। ਸਗੋਂ ਉਹਨਾਂ ਦਾ ਅਹਿਸਾਨ ਹੈ ਸਾਡੇ 'ਤੇ, ਵੀ ਸਾਨੂੰ ਪੜ੍ਹਾ ਰਹੇ ਨੇ ਔਖੇ ਸੌਖੇ ਹੋ ਕੇ। ਮਾਂ ਪਿਓ ਭਾਵੇਂ ਆਪ ਦਿਹਾੜੀ ਕਰਨ, ਪਰ ਬੱਚੇ ਨੂੰ ਚੰਗੇ ਕੱਪੜੇ ਲੈ ਕੇ ਦਿੰਦੇ ਨੇ, ਕਿਤਾਬਾਂ ਕਾਪੀਆਂ ਵਿਚਾਰੇ ਲੈ ਕੇ ਦਿੰਦੇ ਨੇ, ਫੀਸਾਂ ਦਿੰਦੇ ਨੇ। ਆਪ ਭਾਵੇਂ ਸਧਾਰਨ ਰੋਟੀ ਖਾਣ, ਬੱਚੇ ਨੂੰ ਪਰੌਂਠਾ ਪਕਾ ਕੇ ਨਾਲ ਦਿੰਦੇ ਨੇ, ਦੁਪਹਿਰ ਦੀ ਰੋਟੀ ਲਈ ਉਹਨੂੰ ਕਿੰਨਾ ਕਰਦੇ ਨੇ। ਸੋ ਸਾਨੂੰ ਅਹਿਸਾਨਮੰਦ ਰਹਿਣਾ ਚਾਹੀਦਾ ਹੈ ਮਾਂ ਪਿਓ ਦਾ। ਸੋ ਗੁਰੂ ਮਹਾਰਾਜ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ, ਫਿਰ ਨਾਮ ਦੇ ਨਾਲ ਜੀਵ ਨੂੰ ਵਡਿਆਈ ਮਿਲਦੀ ਹੈ। ਫਿਰ ਅਨਦਿਨ ਸਦਾ ਗੁਣ ਗਾਵਣਿਆ, ਉਹ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਕਿਉਂਕਿ ਪਰਮਾਤਮਾ ਬਾਣੀ ਰਹੀ ਕਹਿੰਦਾ ਜਿਹੜਾ ਮੇਰੀ ਵਡਿਆਈ ਕਰੇਗਾ ਨਾ, ਮੈਂ ਉਹਦੀ ਵਡਿਆਈ ਕਰਾ ਦਾਂਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੇ ਫਰੀਦ, ਜੇ ਤੂੰ ਮੇਰਾ ਬਣ ਕੇ ਰਹੇ ਨਾ, ਮੈਂ ਸਾਰਾ ਸੰਸਾਰ ਤੇਰਾ ਬਣਾ ਦੂੰਗਾ। ਮੈਂ ਕਈ ਵਾਰੀ ਬੜਾ ਹੈਰਾਨ ਬਾਣੀ ਪੜ੍ਹਦਾ ਹੋਇਆ, ਮੈਂ ਪਰਮਾਤਮਾ ਸਵਾਰਥੀ ਨਹੀਂ ਹੈ। ਉਹ ਇਹ ਨਹੀਂ ਕਹਿੰਦਾ ਤੁਸੀਂ ਮੇਰਾ ਬਸ ਵਾਹਿਗੁਰੂ 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 ਕਰਦੇ ਰਹੋ, ਨਹੀਂ, ਤੁਸੀਂ ਮੇਰੀ ਵਡਿਆਈ ਕਰੋਗੇ ਮੈਂ ਤੁਹਾਡੀ ਕਰਾ ਦਾਂਗਾ। ਜੇ ਤੁਸੀਂ ਮੇਰੇ ਬਣ ਕੇ ਰਹੋਗੇ, ਸੰਸਾਰ ਤੁਹਾਡਾ ਬਣਾ ਦਾਂਗਾ।
ਇਸ ਲਈ ਭਾਈ ਭਜਨ ਬੰਦਗੀ ਕਰੋ ਡਟ ਕੇ ਜਿੰਨਾ ਸਮਾਂ ਮਿਲਿਆ ਹੈ। ਫਿਰ ਜਦ ਬੁਢਾਪਾ ਆਉਂਦਾ ਫਿਰ ਜੀ ਕਰਦਾ ਭਜਨ ਬੰਦਗੀ ਕਰਨ ਨੂੰ, ਹੁੰਦੀ ਨਹੀਂ ਹੈ। ਕਿਤੇ ਗੋਡੇ ਦੁਖਣ ਲੱਗ ਗਏ, ਕਿਤੇ ਕੁਛ ਮੋਢੇ ਦੁਖਣ ਲੱਗ ਗਏ, ਕਿਤੇ ਧੌਣ ਦੁਖਣ ਲੱਗ ਗਈ, ਕਿਤੇ ਪਿੱਠ ਦੁਖਣ ਲੱਗ ਗਈ, ਕਿਸੇ ਦਾ ਕੁਝ, ਕਿਸੇ ਦਾ ਕੋਈ, ਉਹ ਨਹੀਂ ਗੱਲਾਂ ਬਣਿਆ ਕਰਦੀਆਂ। ਇਹ ਜਵਾਨੀ ਜਿਹੜੀ ਹੈ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਘੰਟਿਆਂ ਬੱਧੀ ਕੰਮ ਬੰਦਾ ਕਰ ਸਕਦਾ ਹੈ ਪਰ ਥੱਕਦਾ ਨਹੀਂ ਹੈ। ਬੁਢਾਪੇ ਜਾ ਕੇ ਬੰਦਾ ਛੇਤੀ ਥੱਕ ਜਾਂਦਾ ਹੈ। ਹੁਣ ਮੇਰਾ ਜੀਅ ਤਾਂ ਕਰਦਾ ਹਰ ਵਕਤ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ, ਪਰ ਜਵਾਨੀ ਵਾਲਾ ਸਰੀਰ ਹੈ ਉਹ ਹੁਣ ਸਾਥ ਨਹੀਂ ਦਿੰਦਾ। ਸਰੀਰ ਸਾਥ ਦੇਵੇ ਤਾਂ ਹੀ ਹੈ ਨਾ। ਅਤੇ ਬੁਢਾਪੇ 'ਚ ਉਹ ਗੱਲਾਂ ਨਹੀਂ ਰਹਿੰਦੀਆਂ ਜਿਹੜੀਆਂ ਜਵਾਨੀ 'ਚ ਹੁੰਦੀਆਂ ਨੇ। ਇਸ ਲਈ ਜਿਹੜੇ ਜਵਾਨ ਹੋ ਇਹ ਸਮੇਂ ਆਪਣਾ ਵੱਧ ਤੋਂ ਵੱਧ ਭਜਨ ਬੰਦਗੀ ਕਰ ਲਓ, ਲੇਖੇ ਲਾ ਲਓ ਜ਼ਿੰਦਗੀ ਨੂੰ। ਸੋ ਗੁਰੂ ਮਹਾਰਾਜ ਅੱਗੇ ਕਹਿੰਦੇ, ਮਾਝ ਮਹਿਲਾ ਤੀਜਾ, ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇਂ ਘਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਬਣਿਆ। ਜਿਹੜੇ ਵੀ ਕਥਾ ਸੁਣ ਰਹੇ ਹੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਾਂ ਤਾਂ ਮੋਬਾਈਲ ਸਾਹਮਣੇ ਰੱਖੋ, ਉਸ 'ਤੇ ਪਾਠ ਆ ਰਿਹਾ ਹੁੰਦਾ ਹੈ, ਜਾਂ ਪੋਥੀ ਰੱਖੋ। ਮੰਨ ਲਓ ਮੋਬਾਈਲ 'ਤੇ ਤੁਸੀਂ ਕਥਾ ਸੁਣ ਰਹੇ ਹੋ, ਫਿਰ ਤੁਹਾਡੇ ਕੋਲ ਪੋਥੀ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਡਾ ਪਾਠ ਸ਼ੁੱਧ ਹੋ ਜਾਵੇ, ਦੂਹਰਾ ਫਾਇਦਾ ਹੋਏਗਾ। ਮੈਂ ਇਸ ਲਈ ਆਰਾਮ ਨਾਲ ਪੜ੍ਹਦਾ ਵੀ ਤਾਂ ਜੋ ਤੁਸੀਂ ਪੋਥੀ ਤੋਂ ਵੇਖ ਕੇ ਉਸ ਤਰ੍ਹਾਂ ਦੇਖੋ ਵੀ ਇਹਨੂੰ ਆਹ ਉਚਾਰਨ ਕਰਨਾ, ਤੁਹਾਡਾ ਪਾਠ ਵੀ ਸ਼ੁੱਧ ਹੋ ਜਾਏ ਅਤੇ ਕਾਫੀ ਹੱਦ ਤੱਕ ਤੁਹਾਨੂੰ ਅਰਥ ਵੀ ਆ ਜਾਣ। ਜਦੋਂ ਬਾਣੀ ਪੜ੍ਹਦੇ ਹੋਏ ਅਰਥ ਸਮਝ ਆਉਣ, ਫਿਰ ਬਾਣੀ ਪੜ੍ਹਨ 'ਚ ਆਨੰਦ ਵੀ ਜ਼ਿਆਦਾ ਆਉਂਦਾ ਹੈ। ਬਾਣੀ 'ਚ ਆਪਣੇ ਆਪ ਮਨ ਲੱਗਦਾ ਹੈ ਜਦੋਂ ਬਾਣੀ ਦੇ ਅਰਥ ਸਾਨੂੰ ਆਉਂਦੇ ਹੋਣ। ਇਸ ਲਈ ਤਾਂ ਮੈਂ ਆਰਾਮ ਨਾਲ ਇਸ ਨੂੰ ਪੜ੍ਹਦਾ ਵੀ ਤੁਸੀਂ ਮਗਰ ਉਸ ਨੂੰ ਬੋਲਣਾ ਸਿੱਖ ਜਾਵੋ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੇਂ ਘਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਬਣਿਆ। ਉੱਤਮ ਉੱਤਮ ਆਪਾਂ ਪੰਜਾਬੀ ਉੱਤਮ ਕਹਿੰਦੇ, ਹਿੰਦੀ ਉੱਤਮ ਕਹਿੰਦੇ। ਸੁਥਾਨ ਹੁੰਦਾ ਸੋਹਣਾ ਥਾਂ। ਕਹੇ ਜਦੋਂ ਇਹ ਉੱਤਮ ਜਨਮ ਕਦੋਂ ਹੋਏਗਾ? ਸੁਥਾਨ ਹੈ ਬਸ। ਸੁਥਾਨ ਸਤ ਸੰਗਤ ਨੂੰ ਕਹਿੰਦੇ ਨੇ। ਜਦੋਂ ਮਨੁੱਖ ਸਤ ਸੰਗਤ ਦੇ ਵਿੱਚ ਰਹਿੰਦਾ ਹੈ, ਇਹਦਾ ਜੀਵਨ ਉੱਤਮ ਹੋ ਜਾਂਦਾ, ਵਧੀਆ ਹੋ ਜਾਂਦਾ। ਗੁਰੂ ਦੀ ਸੰਗਤ ਰਹਿਣ ਨਾਲ ਮਨੁੱਖ ਦਾ ਜੀਵਨ ਵਧੀਆ ਹੋ ਜਾਂਦਾ। ਜਿਹਨੇ ਵੀ ਆਪਣਾ ਜੀਵਨ ਵਧੀਆ ਕਰਨਾ ਹੈ, ਉਹਨੂੰ ਗੁਰੂ ਦੀ ਸੰਗਤ ਕਰਨੀ ਪਈ। ਜਿਵੇਂ ਆਪ ਤੁਸੀਂ ਘਰ ਬੈਠੇ ਇਸ ਵੇਲੇ ਸੰਗਤ ਕਰੇ ਗੁਰੂ ਦੀ। ਬਾਣੀ ਗੁਰੂ ਹੈ ਨਾ, ਬਾਣੀ ਗੁਰੂ ਹੈ। ਬਾਣੀ ਤਾਂ ਨਿਰੰਕਾਰ ਹੈ। ਵਾਹ ਬਾਣੀ ਨਿਰੰਕਾਰ ਹੈ, ਤੁਸੀਂ ਜੇਬ ਡਬਰ ਨਾ ਕੋਏ। ਬਾਣੀ ਤਾਂ ਨਿਰੰਕਾਰ ਵੀ ਕਿਹਾ ਹੈ, ਇਹ ਤਾਂ ਰੱਬ ਰੂਪ ਹੈ। ਇਸ ਲਈ ਬਾਣੀ ਗੁਰੂ ਵੀ ਹੈ। ਉੱਤਮ ਜਨਮ ਸਥਾਨ ਹੈ ਵਸ, ਜਿਸ ਦਾ ਚੰਗੇ ਥਾਂ 'ਤੇ ਵਸ ਆ ਜਾਏ, ਭਾਵ ਜਿਹਦਾ ਸਤ ਸੰਗਤ ਦੇ ਵਿੱਚ ਵਸ ਆ ਜਾਏ ਨਾ, ਉਹਦਾ ਜੀਵਨ ਹੀ ਉੱਤਮ ਹੋ ਜਾਂਦਾ। ਸਤਿਗੁਰ ਸੇਵੇਂ, ਉਹ ਫਿਰ ਗੁਰੂ ਦੀ ਸੇਵਾ ਕਰਦੇ ਹਨ। ਘਰ ਮਾਹੀ ਉਦਾਸਾ, ਫਿਰ ਆਪਣੇ ਪਰਿਵਾਰ 'ਚ ਰਹਿੰਦੇ ਹੋਏ ਉਦਾਸ ਦਾ ਭਾਵ ਹੈ ਨਿਰਲੇਪ, ਮੋਹ ਤੋਂ ਉੱਪਰ ਹੋ ਜਾਣਾ। ਆਪਣੇ ਘਰ 'ਚ ਰਹਿ ਨੇ, ਆਪਣੇ ਪਰਿਵਾਰ ਵਿੱਚ ਰਹਿ ਰਹੇ ਨੇ, ਪਰ ਉਦਾਸ ਨੇ। ਇੱਕ ਉਦਾਸ ਹੈ ਜਿਹਨੂੰ ਇੰਗਲਿਸ਼ ਕਹਿੰਦੇ ਸੈਡ, ਇੱਕ ਤਾਂ ਉਦਾਸ ਹੈ। ਕਈ ਵਾਰੀ ਚਿਹਰਾ ਉਦਾਸ ਕਿਤੇ ਆਪਾਂ ਪੁੱਛਦੇ ਤੂੰ ਕਿਉਂ ਉਦਾਸ ਹੈ? ਇੱਥੇ ਉਦਾਸਾ ਤੋਂ ਮਤਲਬ ਹੈ ਮੋਹ ਤੋਂ ਰਹਿਤ ਹੋ ਜਾਣਾ। ਜਿਹੜੇ ਗੁਰੂ ਦੀ ਸੇਵਾ ਕਰਦੇ ਹਨ, ਉਹ ਗ੍ਰਸਥ ਵਿੱਚ ਰਹਿੰਦੇ ਹੋਏ ਵੀ ਮੋਹ ਤੋਂ ਨਿਰਲੇਪ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਮੋਹ ਨਹੀਂ ਰਹਿੰਦਾ। ਹਰ ਰੰਗ ਰਹੇ ਸਦਾ ਰੰਗ ਰਾਤੇ, ਉਹ ਸਦਾ ਹੀ ਰੱਬੀ ਪਿਆਰ 'ਚ ਰੰਗੇ ਰਹਿੰਦੇ ਹਨ। ਉਹ ਹਰੀ ਦੇ ਰੰਗ 'ਚ ਰਹਿੰਦੇ ਨੇ, ਹਰੀ ਦੇ ਪਿਆਰ 'ਚ ਰਹਿੰਦੇ ਨੇ, ਸਦਾ ਹੀ ਰੰਗ ਰਾਤੇ ਰਹਿੰਦੇ ਨੇ। ਹਰ ਰਸ ਮਨ ਤ੍ਰਿਪਤਾ ਬਣੇ,
ਹਰ ਰਸ ਨਾਲ, ਨਾਮ ਰਸ ਨਾਲ ਉਹਨਾਂ ਜਿਹੜਾ ਮਨ ਹੈ ਉਹ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ। ਮਨ ਦਾ ਰੱਜ ਜਾਣ ਦਾ ਕੀ ਮਤਲਬ ਹੈ? ਜਦੋਂ ਮਨ ਕਹੇ ਦਾਤ ਦਾ ਦਿੱਤਾ ਬਹੁਤ ਹੈ, ਬਸ ਸਮਝੇ ਰੱਜ ਗਿਆ, ਇਹ ਰੱਜ ਗਿਆ। ਨਹੀਂ ਤੇ ਹਮੇਸ਼ਾ 99 ਦੇ ਚੱਕਰ 'ਚ ਰਹਿੰਦਾ ਹੈ। ਇੱਕ ਰਾਜਾ ਸੀ, ਇੱਕ ਉਹਦਾ ਨੌਕਰ ਸੀ। ਵਜ਼ੀਰ ਵੀ ਬੈਠਾ, ਨੌਕਰ ਹੈ। ਰਾਜਾ ਨੌਕਰ ਨੂੰ ਕਹਿੰਦਾ ਵੀ ਤੂੰ ਇੰਨਾ ਗਰੀਬ ਹੈ, ਤੂੰ ਖੁਸ਼ ਰਹਿਣਾ, ਮੇਰੇ ਕੋਲ ਸਭ ਕੁਛ ਹੈ, ਮੈਂ ਕਹਿੰਦਾ ਉਦਾਸ ਰਹਿਣਾ, ਤੂੰ ਖੁਸ਼ ਕਿਵੇਂ ਰਹਿਣਾ ਹੈ? ਵਜ਼ੀਰ ਕਹਿੰਦਾ ਮੈਂ ਦੱਸ ਦਿੰਦਾ ਜੀ, ਉਹ ਖੁਸ਼ ਕਿਵੇਂ ਰਹਿੰਦਾ। ਕਹਿੰਦੇ ਮੈਨੂੰ 100 ਮੋਹਰਾਂ ਦਿਓ। ਰਾਜੇ ਨੇ 100 ਮੋਹਰਾਂ ਵਜ਼ੀਰ ਨੂੰ ਦੇ ਦਿੱਤੀ। ਵਜ਼ੀਰ ਨੇ ਅੱਖ ਬਚਾ ਕੇ ਇੱਕ ਮੋਹਰ ਜੇਬ ਵਿੱਚ ਪਾ ਲਈ, 99 ਉਸ ਨੌਕਰ ਨੂੰ ਦੇ ਦਿੱਤੀ ਵੀ ਲੈ ਵੀ ਰਾਜੇ ਨੇ ਤੈਨੂੰ 100 ਮੋਹਰ ਦਿੱਤੇ, ਮੌਜ ਕਰ, ਖੁਸ਼ ਹੋ ਕੇ। ਉਹ ਤਾਂ ਛਾਲਾਂ ਮਾਰਦਾ, ਘਰ ਜਾ ਕੇ ਕਹਿੰਦਾ ਰਾਜੇ ਨੇ ਮੈਨੂੰ 100 ਮੋਹਰ ਦਿੱਤੀ ਹੈ। ਘਰ ਦੇ ਜੀ ਤਾਂ ਇੰਨੇ 100 ਮੋਹਰ। ਘਰ ਵਾਲੇ ਕਹਿੰਦੇ ਲਿਓ ਗਿਣਾ। ਜਦੋਂ ਗਿਣੀਆਂ 99, ਕਹਿ ਤੂੰ ਤਾਂ ਕਹਿੰਦਾ ਸੀ ਰਾਜੇ ਨੇ 100 ਮੋਹਰ ਦਿੱਤੀ, ਤੇ 99? ਹਾਂ, ਕਹਿੰਦਾ ਰਾਜੇ ਨੇ ਗਿਣ ਕੇ ਦਿੱਤੀਆਂ, ਅੱਗੋਂ ਫਿਰ ਵਜ਼ੀਰ ਨੇ ਗਿਣੀਆਂ, ਉਹਨੇ ਮੈਨੂੰ ਅੱਗੇ ਦਿੱਤੀਆਂ। ਮੁੰਡਾ ਕਹਿੰਦਾ ਨਹੀਂ ਨਹੀਂ, ਮਾਂ ਲਿਆ ਮੈਂ ਗਿਣਦਾ। ਉਹ 99 ਕਹਿੰਦੇ ਤੇ 99 ਨੇ। ਉਹ ਆਪ ਲੱਗ ਗਿਆ ਗਿਣ 99। ਕਹਿੰਦਾ ਪਤਾ ਨਹੀਂ ਕਿੱਥੇ ਇੱਕ ਮੋਹਰ ਡਿੱਗ ਪਈ ਹੈ, ਲੱਭੋ ਬਈ। ਐਂ ਕਰਦਿਆਂ ਕਦੇ ਰਾਤ ਚਿੰਤਾ 'ਚ ਹੀ ਬੀਤ ਗਈ ਵੀ ਇੱਕ ਮੋਹਰ ਪਤਾ ਨਹੀਂ ਕਿੱਥੇ ਰਹਿ ਗਈ। ਰਾਤ ਨੂੰ ਨੀਂਦ ਚੱਜ ਨਾਲ ਨਹੀਂ ਆਏ, ਸਵੇਰੇ ਉਦਾਸ ਆ ਗਿਆ। ਰਾਜਾ ਬੈਠਾ, ਵਜ਼ੀਰ ਬੈਠਾ। ਵਜ਼ੀਰ ਕਹਿੰਦਾ ਵੀ ਕੀ ਗੱਲ, ਅੱਜ ਤੂੰ ਬੜਾ ਉਦਾਸ ਲੱਗਦਾ ਹੈ। ਕਹਿੰਦਾ ਜੀ ਮੈਨੂੰ 100 ਮੋਹਰਾਂ ਰਾਜੇ ਨੇ ਦਿੱਤੀਆਂ ਸਨ, ਘਰ ਗਿਆ 99 ਨਿਕਲੀਆਂ ਨੇ, ਸਾਰੀ ਰਾਤ ਇੱਕ ਮੋਹਰ ਨੂੰ ਲੱਭਦੇ ਰਹੇ ਵੀ ਕਿੱਥੇ ਡਿੱਗ ਪਈ ਹੈ, ਇਸ ਲਈ ਨੀਂਦ ਹੀ ਨਹੀਂ ਚੱਜ ਦੀ ਆਈ। ਅਤੇ ਵਜ਼ੀਰ ਸਾਹਿਬ ਨੇ ਉਹ ਮੋਹਰ ਕੱਢੀ ਇੱਕ, ਕਹਿੰਦਾ ਆ ਲੈ। ਕਹਿ ਰਾਜਨ ਇਹ 99 ਦਾ ਚੱਕਰ ਹੈ, ਇਹ 99 ਮੋਹਰਾਂ 'ਤੇ ਖੁਸ਼ ਨਹੀਂ ਹੋਇਆ, ਇੱਕ ਨਹੀਂ ਮਿਲੀ, ਉਸ ਕਰਕੇ ਸਾਰੀ ਰਾਤ ਦੁਖੀ ਰਿਹਾ। ਅਤੇ ਪੰਚਮ ਪਾਤਸ਼ਾਹ ਕਹਿੰਦੇ 10 ਵਸਤੂ ਲੈ ਪਾਛੇ ਪਾਵੇ, ਇੱਕ ਕਾਰਨ ਬਿਖੋਟ ਗਵਾਵੇ। ਰੱਬ ਸਾਨੂੰ 10 ਦਾਤਾਂ ਦਿੰਦਾ ਹੈ, ਉਹ ਅਸੀਂ ਭੁੱਲ ਜਾਂਦੇ ਹਾਂ। ਅਸੀਂ 11ਵੀਂ ਮੰਗਦੇ ਹਾਂ, ਉਹ ਰੱਬ ਨਹੀਂ ਦਿੰਦਾ, ਅਸੀਂ ਕਹਿੰਦੇ ਕੋਈ ਰੱਬ ਰੁੱਬ ਨਹੀਂ, ਮੈਨੂੰ ਤਾਂ ਕੋਈ ਦਿੱਤਾ ਹੀ ਨਹੀਂ, ਉਹ 10 ਹੀ ਭੁਲਾ ਦਿੰਦੇ। ਉਹ 99 ਨਹੀਂ ਉਹਨੂੰ ਯਾਦ ਰਹੀਆਂ, ਉਹ ਇੱਕ ਯਾਦ ਰਹੀ, ਇੱਕ ਘੱਟ ਹੈ ਇਸ ਚੱਕਰ। ਕਹਿੰਦੇ ਰਾਜਨ ਤੁਸੀਂ ਵੀ 99 ਦੇ ਚੱਕਰ 'ਚ, ਹੋਰ ਕੋਈ ਗੱਲ ਨਹੀਂ, ਇਸ ਵਿੱਚ ਤੁਸੀਂ ਉਦਾਸ ਹੋ ਜਿਵੇਂ ਇਹ ਉਦਾਸ ਹੈ। ਇਹ 99 ਦੇ ਚੱਕਰ 'ਚ ਹੀ ਸਾਰੀ ਦੁਨੀਆ ਪਈ ਹੋਈ। ਜਦੋਂ 99 ਦੇ ਚੱਕਰ 'ਚੋਂ ਨਿਕਲ ਗਿਆ ਨਾ, ਮਨ ਕਹੇਗਾ ਦਾਤ ਦੇ ਦਿੱਤਾ ਬਹੁਤ ਹੈ, ਉਦੋਂ ਕਹੇਗਾ। ਸੋ ਹਰ ਰਸ ਮਨ ਤ੍ਰਿਪਤਾ ਬਣੇ। ਜਦ ਨਾਮ ਰਸ ਆਏਗਾ ਨਾ, ਉਦੋਂ ਹੀ ਮਨ ਰੱਜ ਜਾਏਗਾ। ਹੋਂ ਵਾਰੀ ਜੀਓ ਵਾਰੀ, ਪੜ੍ਹ ਬੁਝ ਮਨ ਵਸਾ ਬਣਿਆ। ਗੁਰਮੁਖ ਪੜ੍ਹੇ ਹਰ ਨਾਮ ਸਲਾਹੇ, ਦਰ ਸੱਚੇ ਸੋਭਾ ਪਾ ਬਣਿਆ। ਰਹਾ ਕਹਿੰਦੇ ਹੋਂ ਵਾਰੀ ਜੀਓ ਵਾਰੀ। ਮੈਂ ਕਹਿੰਦੇ ਆਪਣੀ ਜਿੰਦ ਉਸ ਇਨਸਾਨ ਤੋਂ ਵਾਰਦਾ ਹਾਂ। ਕਿਸ ਤੋਂ? ਪੜ੍ਹ ਬੁਝ ਮਨ ਵਸਾ ਬਣਿਆ। ਜਿਹੜੇ ਬਾਣੀ ਨੂੰ ਪੜ੍ਹਦੇ ਨੇ, ਬੁੱਝ ਹੁੰਦਾ ਫਿਰ ਸਮਝਣਾ ਵੀ ਕੀ ਪੜ੍ਹਿਆ ਮੈਂ, ਜੋ ਪੜ੍ਹਿਆ ਉਹਨੂੰ ਸਮਝਣਾ। ਆਪਾਂ ਕਥਾ ਰਾਹੀਂ ਸਮਝ ਰਹੇ ਨਾ। ਪਹਿਲਾਂ ਆਪਾਂ ਬਾਣੀ ਪੜ੍ਹੀ, ਮੈਂ ਬਾਣੀ ਪੜ੍ਹੀ ਕਿ ਨਹੀਂ, ਫਿਰ ਹੁਣ ਆਪਾਂ ਬੁੱਝ ਰਹੇ ਹਾਂ ਵੀ ਇਹ ਬਾਣੀ ਨੇ ਕਿਹਾ ਕੀ ਹੈ। ਹੁਣ ਸਮਝ ਰਹੇ ਨੇ ਵੀ ਬਾਣੀ ਆਹ ਕਹਿੰਦੀ ਹੈ, ਬਾਣੀ ਕਹਿ ਰਹੀ। ਫਿਰ ਪਹਿਲਾਂ ਬਾਣੀ ਪੜ੍ਹਨੀ ਹੈ, ਫਿਰ ਉਸ ਨੂੰ ਬੁੱਝਣਾ, ਭਾਵ ਨੂੰ ਸਮਝਣਾ, ਫਿਰ ਉਹਨੂੰ ਮਨ 'ਚ ਵਸਾਉਣਾ। ਜਿਹੜੀ ਗੱਲ ਸਮਝ ਆ ਗਈ ਉਹਨੂੰ ਮਨ 'ਚ ਵਸਾਓ। ਪੜ੍ਹ ਲੈ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਪੜ੍ਹ ਲੈ, ਫਿਰ ਇਹਨੂੰ ਦੇਖਣਾ ਇਹ ਕੀ ਕਹੇ।
ਉਸ ਲਿਖਿਆ ਅੰਮ੍ਰਿਤ ਵੇਲਾ ਸੱਚ ਨੋ, ਵੀ ਭਾਈ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪੋ। ਸੱਚ ਪਰਮਾਤਮਾ ਨੂੰ ਕਹਿੰਦੇ। ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪੋ। ਅੰਮ੍ਰਿਤ ਵੇਲਾ ਸੱਚ ਨੋ, ਵਡਿਆਈ ਵਿਚਾਰ, ਅਤੇ ਫਿਰ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕਰੋ। ਪਾ ਫਿਰ ਬਾਣੀ ਪੜ੍ਹੋ। ਬਾਣੀ ਪਰਮਾਤਮਾ ਦੀ ਵਡਿਆਈਆਂ ਦੀ ਵਿਚਾਰ ਹੀ ਹੈ। ਆਪਣਾ ਪਰਮਾਤਮਾ ਦੀ ਵਿਚਾਰ ਹੀ ਕਰੇਗਾ ਬਾਣੀ ਪੜ੍ਹ ਪੜ੍ਹ ਕੇ। ਫਿਰ ਪਰਮਾਤਮਾ ਦੀ ਕੀ ਗੁਣ ਨੇ, ਕੀ ਵਡਿਆਈਆਂ ਨੇ, ਉਹਨਾਂ ਦੀ ਵਿਚਾਰ ਕਰੋ। ਫਿਰ ਕੀ ਹੋਏਗਾ? ਫਿਰ ਕਿਤੇ ਕੀ ਮਿਲੂਗਾ? ਦੇਖੋ ਨਿਰਾ ਇੱਕ ਅਲੱਗ ਸਾਨੂੰ ਕੀ ਮਿਲੇਗਾ? ਵੀ ਹੇ ਵਾਹਿਗੁਰੂ ਜੀ, ਜੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਤੇਰਾ ਨਾਮ ਜਪਦੇ ਹਾਂ, ਬਾਣੀ ਦੀ ਵਿਚਾਰ ਵੀ ਕਰਦੇ ਹਾਂ, ਸਾਨੂੰ ਕੀ ਮਿਲੂਗਾ? ਦੇਖੋ ਅਸੀਂ ਸਵਾਰਥੀ ਹਾਂ। ਜੇ ਰੱਬ ਕਹਿੰਦੇ ਪੜ੍ਹੋ ਬਸ ਮੇਰਾ ਹੁਕਮ ਹੈ, ਨਹੀਂ ਗੱਲ ਬਣੇਗੀ। ਬੰਦਾ ਕਹਿੰਦਾ ਜਿਵੇਂ ਮਾਂ ਪਿਓ ਕਹਿੰਦੇ ਕਾਕਾ ਪੜ੍ਹ ਲੈ, ਉਹ ਅੱਗੋਂ ਪੜ੍ਹ ਕੇ ਕੀ ਮਿਲੇਗਾ? ਤੁਹਾਨੂੰ ਗਿਆਨ ਹੋਣਾ ਚਾਹੀਦਾ ਕਿ ਪੜ੍ਹ ਕੇ ਕੀ ਮਿਲੇਗਾ। ਉਹਨੂੰ ਸਮਝਾ ਕਾਕਾ ਪੜ੍ਹ ਕੇ ਆਹ ਕੁਝ ਮਿਲਦਾ। ਹੁਣ ਬਾਣੀ ਅੱਗੇ ਕਹਿੰਦੀ ਕੀ ਮਿਲੇਗਾ? ਕਰਮੀ ਆਵੇ ਕੱਪੜਾ, ਕੱਪੜੇ ਦਾ ਭਾਵ ਹੈ ਇੱਜ਼ਤ, ਕਰਮ ਹੁੰਦੀ ਹੈ ਬਖਸ਼ਿਸ਼। ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਤਾਂ ਫਿਰ ਪਰਮਾਤਮਾ ਦੀ ਹੋ ਜਾਏਗੀ ਬਖਸ਼ਿਸ਼। ਫਿਰ ਸਾਨੂੰ ਆਦਰ ਮਾਣ ਮਿਲੇਗਾ ਸੰਸਾਰ 'ਚ। ਕਰਮੀ ਆਵੇ ਕੱਪੜਾ, ਕਿਸੇ ਦਾ ਆਦਰ ਮਾਣ ਕਰਨਾ ਹੈ, ਉਹਦੇ ਗਲ 'ਚ ਕੱਪੜਾ ਪਾਉਂਦੇ ਨਾ। ਇਹ ਕੱਪੜਾ ਆਦਰ ਮਾਣ ਦਾ ਸਤਿਕਾਰ ਹੈ, ਅਤੇ ਕਿਸੇ ਦੇ ਕੱਪੜੇ ਲਾ ਲਓ ਅਤੇ ਉਹਦਾ ਨਿਰਾਦਰ ਹੈ। ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਸਤਿਕਾਰ ਮਿਲਦਾ ਹੈ। ਫਿਰ ਜੇ ਆਪਾਂ ਨਾਮ ਜਪੀ ਗਏ, ਫਿਰ ਕਹਿੰਦੇ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਫਿਰ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਜਦੋਂ ਕਿਰਪਾ ਦ੍ਰਿਸ਼ਟੀ ਨਾਲ ਬੰਦਾ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ, ਰਹਿਤ ਹੋ ਜਾਂਦਾ। ਬਸ ਆਹ ਮਿਲਦਾ, ਤਾਂ ਹੀ ਲੱਗੂ ਨਾ ਬੰਦਾ। ਇਸ ਲਈ ਜਿਹੜਾ ਬੰਦਾ ਨਾਮ ਜਪਦਾ, ਬਾਣੀ ਪੜ੍ਹਦਾ, ਉਹਦਾ ਸਤਿਕਾਰ ਹੁੰਦਾ ਹੀ ਹੁੰਦਾ ਹੈ। ਅਤੇ ਜੇ ਵਾਕਈ ਸੱਚੇ ਦਿਨ ਲੱਗਿਆ ਤਾਂ ਅਖੀਰ ਨੂੰ ਮੁਕਤ ਹੋ ਜਾਏਗਾ, ਪਰਮਾਤਮਾ ਨਾਲ ਉਹਦਾ ਮੇਲ ਹੋ ਜਾਏਗਾ। ਇਸ ਲਈ ਕਹਿੰਦੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਪੜ੍ਹ ਬੁੱਝ ਮਨ ਵਸਾਵਨਿਆ। ਜਿਹੜੇ ਬਾਣੀ ਨੂੰ ਪੜ੍ਹ ਕੇ, ਇਸ ਨੂੰ ਸਮਝ ਕੇ, ਇਸ ਨੂੰ ਮਨ 'ਚ ਵਸਾ ਲੈਂਦੇ ਹਨ। ਗੁਰਮੁਖ ਪੜ੍ਹੇ ਹਰ ਨਾਮ ਸਲਾਹੇ। ਜਿਹੜੇ ਗੁਰਮੁਖ ਹੁੰਦੇ ਨੇ ਉਹ ਬਾਣੀ ਪੜ੍ਹਦੇ ਨੇ ਅਤੇ ਹਰੀ ਦੇ ਨਾਮ ਦੀ ਸਿਫਤ ਸਲਾਹ ਕਰਦੇ ਨੇ। ਵਾਹਿਗੁਰੂ 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 ਕਰਦੇ ਨੇ। ਉਹ ਬਾਣੀ ਵੀ ਪੜ੍ਹਦੇ ਨੇ ਅਤੇ ਨਾਮ ਵੀ ਜਪਦੇ ਨੇ। ਗੁਰਮੁਖ ਦੋ ਕੰਮ ਕਰਦਾ, ਬਾਣੀ ਵੀ ਪੜ੍ਹਦਾ, ਨਾਮ ਵੀ ਜਪਦਾ। ਅਤੇ ਜਦੋਂ ਦੋਨੋਂ ਕੰਮ ਕਰਦਾ ਰਹਿੰਦਾ, ਫਿਰ ਕੀ ਹੁੰਦਾ? ਦਰ ਸੱਚਾ ਸੋਭਾ ਪਾਵਨਿਆ। ਸੱਚਾ ਹੁੰਦਾ ਪਰਮਾਤਮਾ ਦੇ, ਉਹ ਪਰਮਾਤਮਾ ਦੇ ਦਰ 'ਤੇ ਜਾ ਕੇ ਫਿਰ ਵਡਿਆਈ ਪ੍ਰਾਪਤ ਕਰਦਾ, ਸੋਭਾ ਪਾਉਂਦਾ, ਪਰਮਾਤਮਾ ਦੀ ਵਡਿਆਈ ਕਰਦਾ ਹੈ। ਇਸ ਲਈ ਉਹਨੂੰ ਸੰਸਾਰ 'ਚ ਵੀ ਵਡਿਆਈ ਮਿਲਦੀ ਹੈ ਅਤੇ ਪਰਮਾਤਮਾ ਦੇ ਦਰ 'ਤੇ ਵੀ ਵਡਿਆਈ ਮਿਲਦੀ ਹੈ। ਰਹਾਓ ਅਲਖ, ਇਹਨੂੰ ਅਲਖ ਨਹੀਂ ਪੜ੍ਹ ਦੇਣਾ, ਯਾਦ ਰੱਖਿਆ ਕਿ ਆੜਾ ਲੱਗਾ ਹੋਇਆ। ਲੱਖ ਦਾ ਵਿਰੋਧੀ ਸ਼ਬਦ ਹੈ ਅਲਖ। ਜਿਵੇਂ ਭਿਓ ਦਾ ਵਿਰੋਧੀ ਸ਼ਬਦ ਹੈ ਅਭਿਓ। ਲੱਖ ਹੁੰਦਾ ਸਮਝਣਾ, ਦੇਖਣਾ। ਅਲਖ ਜਿਹਨੂੰ ਦੇਖਿਆ ਨਾ ਜਾ ਸਕੇ, ਜਿਹਨੂੰ ਸਮਝਿਆ ਨਾ ਜਾ ਸਕੇ। ਭਿਓ ਹੁੰਦਾ ਭੇਦ। ਅਭਿਓ ਜਿਹਦਾ ਭੇਦ ਨਾ ਪਾਇਆ ਜਾ ਸਕੇ, ਜਿਹਦਾ ਆਪਾਂ ਨੂੰ ਪਤਾ ਹੀ ਨਾ ਲੱਗੇ, ਉਹਨੂੰ ਕਹਿੰਦੇ ਅਭਿਓ। ਅਲਖ ਅਭਿਓ ਹਰ ਰਿਹਾ ਸਮਾਏ। ਉਪਾਏ ਨਾ ਕੀਤੀ ਪਾਇਆ ਜਾਏ। ਕਿਰਪਾ ਕਰੇ ਤਾਂ ਸਤਿਗੁਰ ਭੇਟੈ। ਨਦਰੀ ਮੇਲ ਮਿਲਾਵਣਿਆ। ਪਰਮਾਤਮਾ ਅਲਖ ਹੈ, ਅਭਿਓ। ਇਹਦਾ ਭੇਦ ਨਹੀਂ ਜਾਣਿਆ ਜਾ ਸਕਦਾ। ਹਰ ਰਿਹਾ ਸਮਾਏ, ਪਰ ਪਰਮਾਤਮਾ ਸਾਰੀਆਂ ਥਾਵਾਂ 'ਤੇ ਵਸਦਾ ਹੈ। ਕੋਈ ਐਸੀ ਥਾਂ ਨਹੀਂ, ਕੋਈ ਐਸੀ ਚੀਜ਼ ਨਹੀਂ ਜਿਸ ਦੇ ਵਿੱਚ ਪਰਮਾਤਮਾ ਨਹੀਂ ਹੈ। ਪਰਮਾਤਮਾ ਸਭ ਥਾਵਾਂ 'ਤੇ ਵਸਦਾ ਹੈ, ਸਭ ਦੇ ਵਿੱਚ ਵਸਦਾ ਹੈ। ਉਪਾਏ ਨਾ ਕੀਤੀ ਪਾਇਆ ਜਾਏ।
ਆਪਣੇ ਯਤਨਾਂ ਨਾਲ ਪਰਮਾਤਮਾ ਨਹੀਂ ਮਿਲਦਾ। ਆਪਣੇ ਵੱਲੋਂ ਕਿੰਨੇ ਉਪਾਅ ਕਰ ਲਓ, ਕਿੰਨੇ ਯਤਨ ਕਰ ਲਓ, ਰੱਬ ਨਹੀਂ ਮਿਲਦਾ। ਫਿਰ ਮਿਲਦਾ ਕਿਵੇਂ ਹੈ? ਕਿਰਪਾ ਕਰੇ ਤਾਂ ਸਤਿਗੁਰ ਭੇਟੈ। ਜੇ ਪਰਮਾਤਮਾ ਕਿਰਪਾ ਕਰੇ ਤਾਂ ਮਨੁੱਖ ਗੁਰੂ ਨੂੰ ਮਿਲਦਾ ਹੈ। ਫਿਰ ਜਦੋਂ ਗੁਰੂ ਨੂੰ ਮਿਲਦਾ ਹੈ, ਨਜ਼ਰੀ ਮੇਲ ਮਿਲਾ ਬਣਿਆ, ਫਿਰ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਕੇ ਇਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੋ ਤਾਂ ਗੁਰੂ ਰਾਹੀਂ ਪਰਮਾਤਮਾ ਮਿਲਣਾ, ਆਪਣੇ ਯਤਨਾਂ ਨਾਲ ਨਹੀਂ ਮਿਲਣਾ। ਇਹ ਪਰਮਾਤਮਾ ਨੇ ਆਪਣਾ ਵਿਧੀ ਵਿਧਾਨ ਬਣਾਇਆ, ਉਹਨੇ ਇੱਕ ਅਸੂਲ ਬਣਾਇਆ ਹੈ ਕਿ ਮੈਂ ਸਿੱਧਾ ਨਹੀਂ ਕਿਸੇ ਨੂੰ ਮਿਲਣਾ, ਮੈਂ ਉਹਦੇ ਰਾਹੀਂ ਮਿਲਣਾ ਜਿਹੜਾ ਮੈਨੂੰ ਮਿਲ ਚੁੱਕਾ ਹੈ। ਮੰਨ ਲਓ ਮੈਂ ਰੱਬ ਨੂੰ ਮਿਲੇ ਹੀ ਨਹੀਂ, ਅਤੇ ਜੇ ਮੈਨੂੰ ਕੋਈ ਗੁਰੂ ਧਾਰਨ ਕਰ ਲਏਗਾ ਤਾਂ ਉਹਨੂੰ ਰੱਬ ਨਹੀਂ ਮਿਲੇਗਾ ਕਿ ਮੈਨੂੰ ਹੀ ਨਹੀਂ ਮਿਲਿਆ। ਤਾਂ ਹੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਈ। ਜਿਹੜਾ ਗੁਰੂ ਦੇ ਬਣ ਬੈਠਾ ਪਰ ਆਪ ਪਰਮਾਤਮਾ ਨੂੰ ਜੇ ਮਿਲੇ ਹੀ ਨਹੀਂ ਹੈ, ਅਤੇ ਅੱਗੋਂ ਅਸੀਂ ਉਹਨੂੰ ਗੁਰੂ ਧਾਰਨ ਕਰ ਲੈਂਦੇ ਤਾਂ ਉਹਨੂੰ ਮਿਲੇ ਨਹੀਂ, ਉਹ ਸਾਨੂੰ ਮਿਲਾ ਹੀ ਨਹੀਂ ਸਕਦਾ। ਇਸ ਲਈ ਸਾਡੀ ਮਿਹਨਤ ਐਵੇਂ ਹੀ ਜਾਂਦੀ ਰਹੇਗੀ। ਇਸ ਲਈ ਗੁਰੂ ਧਾਰਨ ਕਰਨ ਵੇਲੇ ਬੜਾ ਖਿਆਲ ਰੱਖਣਾ ਪੈਂਦਾ ਕਿ ਕਿਸ ਨੂੰ ਗੁਰੂ ਧਾਰਨ ਕੀਤਾ ਜਾਵੇ। ਮਿਲਿਆ ਹੋਇਆ ਹੀ ਦੂਜੇ ਨੂੰ ਮਿਲਾ ਸਕਦਾ ਹੈ। ਸੋ ਪਰਮਾਤਮਾ ਗੁਰੂ ਰਾਹੀਂ ਮਿਲਦਾ ਹੈ। ਅੱਗੇ ਕਹਿੰਦੇ ਦੂਜੇ ਭਾਏ ਪੜ੍ਹੈ ਨਹੀਂ ਬੂਝੇ, ਤ੍ਰਿਬਿਧ ਮਾਇਆ ਕਾਰਨ ਲੂਝੇ, ਤ੍ਰਿਬਿਧ ਬੰਧਨ ਟੂਟੈਨ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ। ਦੂਜੇ ਪਾਏ ਮਾਇਆ ਦੀ ਖਾਤਰ ਬਹੁਤ ਸਾਰੀ ਦੁਨੀਆ ਧਾਰਮਿਕ ਗ੍ਰੰਥ ਮਾਇਆ ਦੀ ਖਾਤਰ ਪੜ੍ਹਦੀ ਹੈ। ਪਾਠ ਕਰ ਰਹੇ ਮਾਇਆ ਦੀ ਖਾਤਰ, ਕਥਾ ਕਰ ਰਹੇ ਨੇ ਮਾਇਆ ਦੀ ਖਾਤਰ, ਕੀਰਤਨ ਕਰ ਰਹੇ ਨੇ ਮਾਇਆ ਦੀ ਖਾਤਰ, ਦੀਵਾਨ ਲਾ ਰਹੇ ਨੇ ਮਾਇਆ ਦੀ ਖਾਤਰ। ਮੁੱਖ ਉਦੇਸ਼ ਹੀ ਹੁਣ ਜਿਹੜਾ ਧਾਰਮਿਕ ਬੰਦਿਆਂ ਦਾ ਮਾਇਆ ਕਮਾਉਣਾ ਰਹਿ ਗਿਆ। ਉਹ ਪਹਿਲੇ ਸਮੇਂ ਗਏ, ਪਾਠ ਕਰ ਰਹੇ ਕਿ ਮਾਇਆ ਦੀ ਖਾਤਰ ਕਰ। ਗੁਰਦੁਆਰਾ ਜਿੰਨੇ ਪਾਠੀ ਲੱਗੇ ਨੇ ਮਾਇਆ ਦੀ ਖਾਤਰ ਹੀ ਲੱਗੇ ਹੋਏ ਨੇ। ਗੁਰਦੁਆਰਾ ਜਿੰਨੇ ਕੀਰਤਨੀਏ ਨੇ ਕੀਰਤਨ ਦੇ ਨੂੰ ਤਨਖਾਹ ਮਿਲਦੀ ਹੈ। ਜਿੰਨੇ ਗੁਰਦੁਆਰਾ ਕਥਾਕਾਰ ਨੇ ਸਭ ਨੂੰ ਤਨਖਾਹ ਮਿਲਦੀ ਹੈ। ਜਿੰਨੇ ਕਰਮਚਾਰੀ ਨੇ ਸਭ ਨੂੰ ਤਨਖਾਹ ਮਿਲਦੀ ਹੈ। ਮਾਇਆ ਦੀ ਖਾਤਰ ਹੀ ਸਾਰੇ ਇਹ ਲੱਗੇ ਹੋਏ ਹਨ। ਅਤੇ ਜਿਹੜਾ ਮਾਇਆ ਦੀ ਖਾਤਰ ਧਰਮ ਵੱਲ ਲੱਗਾ ਉਹਨੂੰ ਧਾਰਮਿਕ ਨਹੀਂ ਅਸੀਂ ਕਹਿ ਸਕਦੇ, ਉਹ ਦੇਖਣ ਨੂੰ ਧਾਰਮਿਕ ਹੈ। ਧਾਰਮਿਕ ਤਾਂ ਉਹ ਹੁੰਦਾ ਜਿਹਦਾ ਜੀਵਨ ਧਰਮ ਅਨੁਸਾਰ ਹੋਵੇ। ਉਹ ਤਾਂ ਧਰਮ ਨੂੰ ਪੜ੍ਹਦੇ ਨੇ ਵੀ ਸਾਨੂੰ ਪੈਸਾ ਮਿਲੂ, ਧਰਮ ਨੂੰ ਗਾਉਂਦੇ ਨੇ ਵੀ ਸਾਨੂੰ ਪੈਸਾ ਮਿਲੂ। ਅਤੇ ਕਈ ਤਾਂ ਕਹਿੰਦੇ ਇਸ ਤਾਂ ਇੰਨੇ ਹਜ਼ਾਰ ਲੈਣਾ 1 ਘੰਟੇ ਦਾ, ਅਗਲਾ ਪੈਸੇ ਨਿਸ਼ਚਿਤ ਕੀਤੇ ਹੋਏ। ਸਾਡੇ ਤੋਂ ਕੀਰਤਨ ਕਰਾਉਣਾ 20,000 ਘੰਟਾ, 30,000 ਰੁਪਏ ਘੰਟਾ ਲੈਣਾ। ਕਥਾਕਾਰ ਆਪ ਘੱਟ ਤੋਂ ਘੱਟ 10,000 ਰੁਪਏ ਮਿਲ ਲੈਂਦੇ ਨੇ ਕਥਾਕਾਰ ਦੇ ਟਾਈਮ ਦਾ। ਸੋ ਮੁੱਖ ਉਦੇਸ਼ ਮਨੁੱਖ ਦਾ ਹੁਣ ਮਾਇਆ ਕਮਾਉਣਾ ਰਹਿ ਗਿਆ ਹੈ। ਇਸ ਲਈ ਕਹਿੰਦੇ ਦੂਜੇ ਭਾਏ ਪੜ੍ਹੈ ਨਹੀਂ ਬੂਝੇ। ਜਿਹੜਾ ਮਾਇਆ ਦੀ ਖਾਤਰ ਧਾਰਮਿਕ ਗ੍ਰੰਥ ਪੜ੍ਹਦਾ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ, ਉਹ ਇਹਨੂੰ ਸਮਝਦੇ ਹੀ ਨਹੀਂ। ਉਹ ਕਹਿੰਦੇ ਬਸ ਮੈਨੂੰ ਪੜ੍ਹਨਾ ਆ ਗਿਆ। ਆਹ ਸਾਡੇ 25 ਪਾਠੀ ਨੇ, ਬਸ ਉਹਨੂੰ ਬਾਣੀ ਪੜ੍ਹਨੀ ਆਉਂਦੀ। ਜੇ ਉਹਨੂੰ ਕਹਿ ਪਈ ਜੇ ਤੁਹਾਡੇ ਕੋਲ ਇੰਨਾ ਟਾਈਮ ਵਿਹਲਾ ਹੁੰਦਾ, 4 ਘੰਟੇ ਤੁਸੀਂ ਡਿਊਟੀ ਦਿੰਦੇ ਹੋ, ਬਾਕੀ ਸਾਰੇ ਦਿਨ ਵਿਹਲੇ ਵੀ ਸਹਿਜ ਪਾਠ ਕਰ ਲਿਆ ਕਰੋ, ਇਹ ਅਰਥਾ ਸਮੇਤ ਕਰ ਲਿਆ ਕੌਣ ਨਾ, ਬਸ ਠੀਕ ਹੈ, ਪਾਠ ਕੀਤਾ ਪੈਸੇ ਮਿਲ ਗਏ, ਗੱਲ ਖਤਮ ਹੋ ਗਈ। ਇਸ ਲਈ ਦੂਜੇ ਭਾਏ ਪੜ੍ਹੈ ਨਹੀਂ ਬੂਝੇ। ਮਾਇਆ ਦੀ ਖਾਤਰ ਪੜ੍ਹ ਰਿਹਾ, ਪਰ ਜੋ ਪੜ੍ਹ ਰਿਹਾ ਉਹਨੂੰ ਸਮਝ ਨਹੀਂ ਰਿਹਾ, ਉਹ ਸਮਝ ਨਹੀਂ ਰਿਹਾ। ਤ੍ਰਿਬਿਧ ਮਾਇਆ ਕਾਰਨ ਲੂਝੇ। ਮਾਇਆ 3 ਗੁਣਾਂ ਦੇ ਰਜੋ ਸਤੋ ਤਮ, ਇਹਨੂੰ ਤ੍ਰਿਬਿਧ ਮਾਇਆ ਕਹਿੰਦੇ। 3 ਗੁਣਾਂ ਵਾਲੀ ਮਾਇਆ, ਉਹ ਤੇ 3 ਗੁਣਾਂ ਵਾਲੀ ਮਾਇਆ ਦੇ ਕਾਰਨ ਲੂਝਿਆ ਹੁੰਦਾ, ਲੜਨਾ ਝਗੜਨਾ। ਉਹ ਤੇ ਇਸ ਮਾਇਆ ਦੀ ਖਾਤਰ ਲੜਦਾ ਝਗੜਦਾ ਰਹਿੰਦਾ ਹੈ। ਇਹ ਕੋਈ ਜੇ ਸ਼ੁਰੂ 'ਚ ਅਸੀਂ ਘਰ ਪਾਇਆ,
ਮੈਂ ਚੱਲ ਸੁਖਮਨੀ ਸਾਹਿਬ ਦਾ ਪਾਠ ਕਰਾ ਲੈਂਦਾ। ਮੈਂ ਗੁਰੂ ਗ੍ਰੰਥ ਸਾਹਿਬ ਲੈ ਉਂਝ ਮੈਨੂੰ ਆਪ ਆਉਂਦਾ ਹੀ ਸੀ, ਪਰ ਚਲੋ ਮੈਂ ਆਏਗੀ ਨੂੰ ਅਟੈਂਡ ਕਰਨਾ ਹੁੰਦਾ ਅਤੇ ਚਲੋ ਉਹ ਪਾਠੀ ਰੱਖ ਲੈ। ਮੈਂ ਭਾਈ ਕੀ ਲਵੇਂਗਾ? ਕਹਿੰਦੇ 75 ਰੁਪਏ ਲਾਂਗਾ। 1986 ਦੀ ਗੱਲ। ਚਲੋ ਉਹਨੇ ਕੀ ਕੀਤਾ, ਉਹ ਅੱਗੇ 25 ਰੁਪਏ 'ਚ ਬੰਦਾ ਭੇਜਤਾ ਉਸਨੇ। ਮੇਰੇ ਨਾਲ 75 ਰੁਪਈਏ ਕਰ ਲਏ, ਆਪ ਨਹੀਂ ਆਇਆ, ਅੱਗੇ ਬੰਦਾ ਭੇਜਤਾ, ਉਹਨੂੰ ਕਿਹਾ ਤੈਨੂੰ 25 ਰੁਪਈਏ ਮਿਲਣਗੇ। ਆ ਗਿਆ ਭਲੇ ਜੀ ਮੈਨੇ 25, ਉਹ ਮੈਂ ਦੇ ਦਿੱਤੇ ਨਾਲ ਬਸਤਰ ਕੱਪੜੇ ਦੇ ਦਿੱਤੇ। ਉਹਨਾਂ ਦਾ ਬਾਅਦ 'ਚ ਰੌਲਾ ਪੈ ਗਿਆ। ਉਹ ਕਹਿੰਦਾ ਜਿਹੜਾ ਜਿਹਨੂੰ ਮੈਂ ਕੀਤਾ ਸੀ, ਕਹਿੰਦਾ ਇਹ ਮੇਰੇ ਨੇ। ਉਹ ਕਹਿੰਦਾ ਪਾਠ ਤੇ ਮੈਂ ਕੀਤਾ, ਉਹਨੇ ਮੈਨੂੰ ਬਸਤਰ ਦਿੱਤੇ, ਮੇਰੇ ਨੇ। ਉਹਨਾਂ ਦਾ ਝਗੜਾ ਹੋ ਗਿਆ, ਉਹ ਮੇਰੇ ਕੋਲੇ ਆ ਗਏ। ਮੈਂ ਬਈ ਮੈਨੂੰ ਨਹੀਂ, ਜਿਹੜਾ ਪਾਠ ਕਰ ਰਿਹਾ ਮੈਂ ਤਾਂ ਉਹਨੂੰ ਦਿੱਤੇ, ਮੈਨੂੰ ਤਾਂ ਪਤਾ ਹੀ ਨਹੀਂ ਵੀ ਤੂੰ ਇਹ ਬੰਦਾ ਭੇਜਦਾ। ਮੈਂ ਹੁਣ ਬਾਅਦ 'ਚ ਪੁੱਛਿਆ ਮੈਂ ਤੈਨੂੰ ਕਿੰਨੇ ਦੇ? ਕਹਿੰਦਾ 25 ਰੁਪਈਏ। ਮੈਂ ਮੇਰੇ ਤੋਂ 75 ਰੁਪਈਏ ਲੈ ਲਏ, 50 ਰੁਪਏ ਘਰ ਬੈਠੇ ਨਹੀਂ ਲੈ ਲਏ ਹਨ। ਇਹ ਸਭ ਮਾਇਆ ਕਾਰਨ ਹੋ ਰਿਹਾ ਅਤੇ ਲੜਾਈ ਹੋ ਰਹੀ। ਮਾਇਆ ਕਾਰਨ ਲੁਝ ਹੈ, ਮਾਇਆ ਦੀ ਖਾਤਰ ਲੜ ਰਿਹਾ ਬੰਦਾ। ਇਸ ਲਈ ਇਹ ਧਰਮ ਤਾਂ ਉੱਪਰ ਹੀ ਰਹਿ ਗਿਆ, ਅੰਦਰ ਤਾਂ ਮਨੁੱਖ ਦੇ ਵਸੇ ਹੀ ਨਹੀਂ ਹੈਗਾ। ਅੰਦਰ ਤਾਂ ਮਾਇਆ ਵਸੀ ਹੈ। ਜੇ ਪਾਠ ਕਰਕੇ ਮਿਲਦੀ ਹੈ ਤਾਂ ਠੀਕ ਹੈ, ਕਥਾ ਕਰਕੇ ਮਿਲਦੀ ਹੈ ਤਾਂ ਠੀਕ ਹੈ, ਕੀਰਤਨ ਕਰਕੇ ਮਿਲਦੀ ਹੈ ਤਾਂ ਠੀਕ ਹੈ, ਦੀਵਾਨ ਲਾ ਕੇ ਮਿਲਦੀ ਤਾਂ ਠੀਕ ਹੈ। ਬਾਹਰਲੇ ਦੇਸ਼ ਜਾ ਕੇ ਜੇ ਕੀਰਤਨ ਕਰਕੇ ਜ਼ਿਆਦਾ ਮਿਲਦੀ ਹੈ, ਉਸੇ ਚਲੇ ਚੱਲੋ ਜੀ। ਮੁੱਖ ਉਦੇਸ਼ ਮਾਇਆ ਕਮਾਉਣਾ ਰਹਿ ਗਿਆ। ਕੀ ਆਪਣੇ ਦੇਸ਼ ਦੇ ਸਾਰੇ ਸੁਧਰ ਗਏ ਨੇ ਵੀ ਤੁਸੀਂ ਬਾਹਰ ਜਾ ਕੇ ਕਰਦੇ ਹੋ? ਉੱਥੇ ਵੀ ਇੱਥੇ ਰੁਪਈਏ ਮਿਲਦੇ, ਉੱਥੇ ਡਾਲਰ ਪਾਉਂਡ ਮਿਲਦੇ ਨੇ, ਇਸ ਲਈ ਅਗਲੇ ਜਾਂਦੇ। ਮਾਇਆ ਦੀ ਖਾਤਰ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ, ਉਂਝ ਨਹੀਂ ਜਾਂਦੇ ਕੋਈ ਨਹੀਂ। ਮੇਰੇ ਕੋਲ ਕਈ ਆ ਜਾਣਗੇ, ਸਾਡਾ ਜੀ ਬਾਹਰਲਾ ਕੋਈ ਟੂਰ ਲੱਗ ਜਾਏ, ਕੁੜੀ ਵਿਆਹ ਲਾਂਗੇ ਜੀ। ਹਾਂ, ਸੋ ਮੁੱਖ ਉਦੇਸ਼ ਮਾਇਆ ਰਹਿ ਗਈ ਹੈ। ਸੋ ਗੁਰੂ ਮਹਾਰਾਜ ਕਹਿੰਦੇ ਦੂਜੈ ਪਾਏ ਪੜ੍ਹੈ ਨਹੀਂ ਬੂਝੇ, ਤ੍ਰਿਬਿਧ ਮਾਇਆ ਕਾਰਨ ਲੂਝੇ। 3 ਗੁਣੀ ਮਾਇਆ ਦੇ ਕਾਰਨ ਲੜਦਾ ਰਹਿੰਦਾ, ਝਗੜਦਾ ਰਹਿੰਦਾ। ਤ੍ਰਿਬਿਧ ਬੰਧਨ ਟੂਟੈ ਗੁਰ ਸ਼ਬਦੀ। ਇਹਦੇ ਨਾਮ ਜਪ ਕੇ ਜਿਹੜਾ ਹੈ ਗੁਰੂ ਦੇ ਸ਼ਬਦ ਅਨੁਸਾਰ ਜ਼ਿੰਦਗੀ ਜਿਉਂ ਕੇ ਨਾਮ ਜਪ ਕੇ ਮਾਇਆ ਦੇ ਬੰਧਨ ਟੁੱਟਣੇ ਨੇ। ਗੁਰ ਸ਼ਬਦੀ ਮੁਕਤ ਕਰਾਵਣੇ। ਜਦ ਅਸੀਂ ਗੁਰੂ ਦੇ ਸ਼ਬਦ ਇਸ ਬਾਣੀ ਦੇ ਅਨੁਸਾਰ ਜੀਵਨ ਜਿਵਾਂਗੇ ਨਾ, ਤਾਂ ਹੀ ਅਸੀਂ ਮੁਕਤ ਹੋਵਾਂਗੇ। ਇਹਨੇ ਗਾ ਕੇ ਤੇ ਪੜ੍ਹ ਕੇ ਤੇ ਕਥਾ ਕਰਕੇ ਮੁਕਤ ਨਹੀਂ ਹੋਣਾ, ਇਸ 'ਤੇ ਅਮਲ ਕਰਕੇ ਮੁਕਤ ਹੋਣਾ ਹੈ। ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ। ਅਮਲ ਦੇ ਕਰਮ, ਜੇ ਸਾਡੇ ਕਰਮਾਂ ਅਨੁਸਾਰ ਸਾਡੀ ਜ਼ਿੰਦਗੀ ਸਵਰਗ ਅਤੇ ਨਰਕ ਬਣਦੀ ਹੈ। ਸਾਡੇ ਕਰਮ ਹੀ ਸਾਡੇ ਜੀਵਨ ਨੂੰ ਸਵਰਗ ਬਣਾਉਂਦੇ ਨੇ, ਸਾਡੇ ਕਰਮ ਹੀ ਸਾਡੇ ਜੀਵਨ ਨੂੰ ਨਰਕ ਬਣਾਉਂਦੇ ਨੇ। ਜੇ ਸਾਡੇ ਕਰਮ ਬਾਣੀ ਅਨੁਸਾਰ ਨੇ, ਸਾਡਾ ਜੀਵਨ ਸਵਰਗੀ ਹੈ, ਅਤੇ ਜੇ ਬਾਣੀ ਦੇ ਵਿਰੁੱਧ ਕਰਮ ਨੇ ਤਾਂ ਇਹੀ ਜੀਵਨ ਨਰਕ ਬਣ ਕੇ ਰਹਿ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।